ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਆਡੀਓ ਬੁੱਕ YouTube ਚੈਨਲ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਸਿੱਖ ਇਤਿਹਾਸ ਕਿਤਾਬ ਦਾ ਅਗਲਾ ਭਾਗ ਪੜ੍ਹਨ ਜਾ ਰਹੇ ਹਾਂ। ਪੰਨਾ ਨੰਬਰ 236। ਭਾਗ ਪੰਜਵਾਂ, ਬਟਵਾਰੇ ਦੀ ਸਿਆਸਤ, ਸੁਤੰਤਰਤਾ ਤੇ ਸਿੱਖ ਹੋਮਲੈਂਡ ਦੀ ਮੰਗ। ਮਾਰਚ 1940 ਵਿੱਚ ਮੁਸਲਿਮ ਲੀਗ ਨੇ ਇੱਕ ਸਰਬ ਸੱਤਾਧਾਰੀ ਮੁਸਲਿਮ ਰਾਜ ਲਈ ਮਤਾ ਪਾਸ ਕੀਤਾ, ਜਿਸ ਵਿੱਚ ਪੰਜਾਬ ਸਮੇਤ ਮੁਸਲਿਮ ਬਹੁਗਿਣਤੀ ਦੇ ਇਲਾਕੇ ਸ਼ਾਮਿਲ ਕੀਤੇ ਜਾਣ ਦੀ ਮੰਗ ਕੀਤੀ ਗਈ। ਇਸ ਮੰਗ ਨਾਲ ਸਿੱਖ ਬੜੇ ਚਿੰਤਾਤੁਰ ਹੋਏ। ਸਦੀਆਂ ਤੋਂ ਮੁਸਲਿਮ ਸਿੱਖ ਸਬੰਧਾਂ ਦੀ ਪ੍ਰਕਿਰਿਆ ਨੇ ਉਹਨਾਂ ਦੇ ਮਨ ਵਿੱਚ ਮੁਸਲਮਾਨਾਂ ਦੇ ਇਰਾਦਿਆਂ ਪ੍ਰਤੀ ਸ਼ੱਕ ਪੈਦਾ ਕਰ ਦਿੱਤਾ। ਸਿੱਖਾਂ ਦੇ ਲਈ ਇੱਕੋ ਇੱਕ ਚਾਰਾ ਇਹੋ ਸੀ ਕਿ ਮੁਸਲਮਾਨਾਂ ਦੀ ਮੰਗ ਦਾ ਵਿਰੋਧ ਕਰਨ ਲਈ ਕਾਂਗਰਸ ਦਾ ਸਾਥ ਦੇਣ ਜਾਂ ਆਪਣੀ ਵੱਖਰੀ ਰਿਆਸਤ ਲਈ ਸੰਘਰਸ਼ ਕਰਨ। 1939-45 ਦੇ ਜੰਗ ਦੇ ਸਾਲਾਂ ਦੌਰਾਨ ਸਿੱਖ ਸਿਆਸਤਦਾਨ ਪਾਕਿਸਤਾਨ ਬਣਾਉਣ ਵਾਲੀ ਲਹਿਰ ਵਿਰੁੱਧ ਹਾਰੀ ਹੋਈ ਬਾਜੀ ਜਿੱਤਣ ਲਈ ਘੋਲ ਕਰ ਰਹੇ ਸਨ। ਮੁਸਲਮਾਨ ਜਿੱਤ ਗਏ ਤਾਂ ਪੱਛਮੀ ਪਾਕਿਸਤਾਨ ਦੇ ਸਿੱਖਾਂ ਨੂੰ ਆਪਣੇ ਘਰ ਜ਼ਮੀਨਾਂ ਗੁਰਦੁਆਰੇ ਛੱਡ ਕੇ ਭਾਰਤ ਪ੍ਰਵਾਸ ਕਰਨਾ ਪਿਆ। ਭਾਰਤ ਸਰਕਾਰ ਵੱਲੋਂ ਮਿਲੇ ਸਲੂਕ ਤੋਂ ਅਸੰਤੋਸ਼ ਨੇ ਅਤੇ ਹਿੰਦੂ ਧਰਮ ਦੇ ਪੁਨਰ ਉਥਾਨ ਨੇ ਸਿੱਖ ਹੋਮਲੈਂਡ ਦੀ ਮੰਗ ਲਈ ਸਿੱਖਾਂ ਨੂੰ ਨਵੀਂ ਸ਼ਕਤੀ ਤੇ ਪ੍ਰੇਰਨਾ ਦਿੱਤੀ। ਕਾਂਡ 15ਵਾਂ, ਸਿੱਖ ਤੇ ਦੂਸਰਾ ਵਿਸ਼ਵ ਯੁੱਧ 1939 ਤੋਂ 1945। 1939-40 ਦੇ ਸ਼ੋਰ ਸ਼ਰਾਬੇ ਦੇ ਯੁੱਧ ਸਮੇਂ ਭਾਰਤੀ ਰਾਜਨੀਤੀ। 3 ਸਤੰਬਰ 1939 ਨੂੰ ਗ੍ਰੇਟ ਬ੍ਰਿਟੇਨ ਨੇ ਜਰਮਨੀ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ। ਭਾਰਤ ਵੱਲੋਂ ਵਾਇਸਰਾਏ ਨੇ ਵੀ ਵੈਸਾ ਹੀ ਐਲਾਨ ਕਰ ਦਿੱਤਾ। ਭਾਵੇਂ ਭਾਰਤੀ ਰਾਸ਼ਟਰੀ ਕਾਂਗਰਸ ਫਾਸੀਵਾਦ ਦਾ ਵਿਰੋਧ ਪ੍ਰਗਟ ਕਰ ਚੁੱਕੀ ਸੀ, ਪਰ ਇਸ ਨੇ ਭਾਰਤੀਆਂ ਦੀ ਸੰਮਤੀ ਤੋਂ ਬਿਨਾਂ ਜੰਗ ਵਿੱਚ ਸ਼ਾਮਿਲ ਹੋਣ ਦਾ ਵਿਰੋਧ ਕੀਤਾ। ਮੁਸਲਿਮ ਲੀਗ ਨੇ ਵੀ ਵਾਇਸਰਾਏ ਦੇ ਐਲਾਨ ਦੀ ਨੁਕਤਾਚੀਨੀ ਕੀਤੀ, ਪਰੰਤੂ ਸਰ ਸਿਕੰਦਰ ਹਯਾਤ ਖਾਂ ਤੇ ਯੂਨੀਅਨਿਸਟ ਪਾਰਟੀ ਦੇ ਮੁਸਲਮਾਨ ਜੋ ਤਕਨੀਕੀ ਪੱਖੋਂ ਮੁਸਲਿਮ ਲੀਗ ਦੇ ਮੈਂਬਰ ਸਨ, ਉਹਨਾਂ ਨੇ ਬਿਨਾਂ ਸ਼ਰਤ ਖੁੱਲ੍ਹ ਕੇ ਬਰਤਾਨੀਆ ਦੀ ਹਮਾਇਤ ਕੀਤੀ। ਸਿੱਖ ਨੇਤਾਵਾਂ ਲਈ ਯੁੱਧ ਨੇ ਜ਼ਮੀਰ ਦਾ ਸੰਕਟ ਪੈਦਾ ਕਰ ਦਿੱਤਾ। ਪਿਛਲੇ 20 ਸਾਲਾਂ ਦੀਆਂ ਘਟਨਾਵਾਂ ਨੇ ਉਹਨਾਂ ਦੀ ਰਾਜ ਪ੍ਰਤੀ ਵਫ਼ਾਦਾਰੀ ਨੂੰ ਫਿੱਕਾ ਪਾ ਦਿੱਤਾ ਸੀ, ਪਰ ਉਹ ਇਹ ਵੀ ਨਹੀਂ ਸਨ ਚਾਹੁੰਦੇ ਕਿ ਉਹਨਾਂ ਦਾ ਫਿਰਕਾ ਸ਼ਸਤਰਬੱਧ ਸੈਨਾ ਵਿੱਚ ਆਪਣੀ ਆਕਰਸ਼ਣ ਭਰੀ ਸ਼ਾਨਦਾਰ ਸਥਿਤੀ ਖਤਮ ਕਰ ਲਵੇ। ਕਾਂਗਰਸੀਆਂ ਤੇ ਮੁਸਲਿਮ ਲੀਗੀਆਂ ਦੇ ਵਿਪਰੀਤ, ਜਿਨ੍ਹਾਂ ਦਾ ਆਬਾਦੀ ਦੇ ਲੜਾਕੂ ਵਰਗਾਂ ਉੱਪਰ ਕੋਈ ਪ੍ਰਭਾਵ ਨਹੀਂ ਸੀ, ਸਿੱਖ ਸਿਆਸਤਦਾਨਾਂ ਤੇ ਸਿਆਸੀ ਆਗੂਆਂ ਨੂੰ ਭਰਤੀ ਕਰਾਉਣ ਵਾਲੇ ਵਿਚੋਲਿਆਂ ਵਜੋਂ ਦੋਹਰਾ ਕੰਮ ਕਰਨਾ ਪੈਣਾ ਸੀ। ਖਿਤਾਬਾਂ ਤੇ ਪਦਵੀਆਂ ਵਾਲੇ ਚੀਫ ਖਾਲਸਾ ਦੀਵਾਨ ਦੇ ਸਿੱਖ ਸਰਦਾਰਾਂ ਨੇ ਝਟਪਟ ਹੀ ਬਰਤਾਨੀਆ ਦੀ ਹਮਾਇਤ ਦਾ ਐਲਾਨ ਕਰ ਦਿੱਤਾ। ਕਾਂਗਰਸੀ ਸਿੱਖਾਂ ਨੇ ਵੀ ਕਾਂਗਰਸ ਦੀ ਹਮਦਰਦੀ ਦੀ ਨੀਤੀ ਤਾਂ ਅਪਣਾਈ, ਪਰ ਕੋਈ ਸਮਰਥਨ ਨਾ ਦਿੱਤਾ। ਕਮਿਊਨਿਸਟ, ਜਿਨ੍ਹਾਂ ਦਾ ਕੇਂਦਰੀ ਜ਼ਿਲ੍ਹਿਆਂ ਵਿੱਚ ਕਾਫੀ ਪ੍ਰਭਾਵ ਸੀ, ਪਾਰਟੀ ਦੀ ਵਿਚਾਰਧਾਰਾ ਅਨੁਸਾਰ ਯੂਰਪ ਦੀ ਜੰਗ ਨੂੰ ਸਾਮਰਾਜੀਆਂ ਦੀ ਜੰਗ ਕਹਿਣ ਤੇ ਡਟੇ ਰਹੇ ਤੇ ਉਹਨਾਂ ਦੇ ਕਾਰਜਕਰਤਾ ਸਿੱਖ ਫੌਜੀਆਂ ਵਿੱਚ ਜੰਗ ਵਿਰੁੱਧ ਵਿਚਾਰ ਫੈਲਾਉਣ ਵਿੱਚ ਲੱਗੇ ਰਹੇ। ਅਕਾਲੀ, ਜਿਨ੍ਹਾਂ ਦਾ ਸਭ ਪਾਰਟੀਆਂ ਰਲਾਉਣ ਦੇ ਬਾਵਜੂਦ ਵੀ ਇਕੱਲਿਆਂ ਦਾ ਜ਼ਿਆਦਾ ਮਹੱਤਵ ਸੀ, ਉਹ ਸਭ ਤੋਂ ਵਧੇਰੇ ਉਲਝਣ ਵਿੱਚ ਤੇ ਪਰੇਸ਼ਾਨ ਸਨ। ਉਹਨਾਂ ਦੇ ਨੇਤਾਵਾਂ ਨੂੰ ਅੰਗਰੇਜ਼ਾਂ ਪ੍ਰਤੀ ਕੋਈ ਪਿਆਰ ਨਹੀਂ ਸੀ, ਕਿਉਂਕਿ ਉਹਨਾਂ ਵਿੱਚ ਬਹੁਤਿਆਂ ਨੇ ਗੁਰਦੁਆਰਾ ਅੰਦੋਲਨ ਵਿੱਚ ਵੱਖ-ਵੱਖ ਅਰਸੇ ਦੀਆਂ ਸਜ਼ਾਵਾਂ ਭੁਗਤੀਆਂ ਸਨ। ਉਹ ਮੁਸਲਿਮ ਲੀਗ ਤੇ ਅੰਗਰੇਜ਼ ਸਮਰਥਕ ਯੂਨੀਅਨਿਸਟਾਂ ਦੇ ਵੀ ਉਤਨੇ ਹੀ ਵਿਰੋਧੀ ਸਨ, ਪਰ ਉਹ ਸੈਨਾ ਵਿੱਚ ਸਿੱਖਾਂ ਦੀ ਗਿਣਤੀ ਪਹਿਲਾਂ ਵਾਂਗ ਹੀ ਕਾਇਮ ਰੱਖਣੀ ਚਾਹੁੰਦੇ ਸਨ, ਕਿਉਂਕਿ ਜਦੋਂ ਹਿਸਾਬ ਕਿਤਾਬ ਨਜਿੱਠਣ ਦਾ ਵੇਲਾ ਆਵੇ ਤਾਂ ਉਹਨਾਂ ਦੀ ਆਪਣੀ ਫੌਜ ਹੋਵੇ। ਅਕਾਲੀ ਦਲ ਸਰਕਾਰ ਦੀ ਸਹਾਇਤਾ ਕਰਨ ਲਈ ਤੇ ਵਧੇਰੇ ਸਿੱਖ ਭਰਤੀ ਕਰਾਉਣ ਤੇ ਜ਼ੋਰ ਦਿੰਦੇ ਸਨ, ਪਰ ਨਾਲ ਹੀ ਸ਼ਾਸਨ ਨਾਲ ਨਿਗੁਣੀਆਂ ਗੱਲਾਂ ਦੀ ਢੁੱਚਰ ਵੀ ਡਾਉਂਦੇ ਸਨ, ਜਿਵੇਂ ਕਿ ਰੇਲਵੇ ਸਟੇਸ਼ਨਾਂ ਤੇ ਝਟਕਾ ਪ੍ਰਸ਼ਾਦ ਨਹੀਂ ਮਿਲਦਾ ਜਾਂ ਜੇਲ੍ਹ ਅਧਿਕਾਰੀ ਸਿੱਖ ਕੈਦੀਆਂ ਨੂੰ ਕਿਰਪਾਨ ਪਹਿਨਣ ਦੀ ਆਗਿਆ ਨਹੀਂ ਦਿੰਦੇ। ਅਕਾਲੀਆਂ ਦੇ ਸਮਰਥਨ ਵਿੱਚ
ਸਰਗਰਮੀ ਤੇ ਜੋਸ਼ ਦੀ ਘਾਟ ਕਾਰਨ ਤੇ ਸਾਮਰਾਜੀ ਜੰਗ ਦੇ ਦੌਰ ਸਮੇਂ ਕਮਿਊਨਿਸਟਾਂ ਦੇ ਵਿਰੋਧ ਕਾਰਨ ਸਿੱਖ ਕਿਰਸਾਨੀ ਫੌਜ ਵਿੱਚ ਭਰਤੀ ਹੋਣ ਤੋਂ ਝਿਜਕਦੀ ਰਹੀ ਤੇ ਕੁਝ ਪਲਟਨਾਂ ਵਿੱਚ ਅਸੰਤੁਸ਼ਟਤਾ ਤੇ ਬੇਚੈਨੀ ਵੀ ਫੈਲੀ। ਕੇਂਦਰੀ ਸਿੱਖ ਰਸਾਲੇ ਦੀ ਇੱਕ ਪਲਟਨ ਨੇ ਸਮੁੰਦਰੋਂ ਪਾਰ ਜਾਣ ਤੋਂ ਇਨਕਾਰ ਕਰ ਦਿੱਤਾ। ਲਗਭਗ 100 ਸੈਨਿਕਾਂ ਨੂੰ ਫੌਜੀ ਅਦਾਲਤ ਵੱਲੋਂ ਸਜ਼ਾ ਦਿੱਤੀ ਗਈ ਤੇ ਕੁਝ ਫਾਂਸੀ ਲਾਏ ਗਏ। ਚੋਣਵੀਂ ਪੰਜਾਬ ਪਲਟਨ ਦੇ ਕੁਝ ਸਿੱਖ ਭਗੌੜੇ ਹੋ ਗਏ। ਰਾਇਲ ਇੰਡੀਅਨ ਆਰਮ ਸਪਲਾਈ ਕੌਰ ਦੇ ਸਿੱਖਾਂ ਨੇ ਜੋ ਅਫਰੀਕਾ ਵਿੱਚ ਨੌਕਰੀ ਕਰ ਰਹੇ ਸਨ, ਸਮਾਨ ਲੱਦਣ ਤੋਂ ਇਸ ਬਹਾਨੇ ਇਨਕਾਰ ਕਰ ਦਿੱਤਾ ਕਿ ਉਹ ਕੁਲੀ ਨਹੀਂ ਹਨ। ਇਹਨਾਂ ਤੇ ਹੋਰ ਅਜਿਹੀਆਂ ਘਟਨਾਵਾਂ ਨੇ ਅਧਿਕਾਰੀਆਂ ਨੂੰ ਮਜਬੂਰ ਕਰ ਦਿੱਤਾ ਕਿ ਉਹ ਸਿੱਖਾਂ ਦੀ ਭਰਤੀ ਉੱਪਰ ਅਸਥਾਈ ਰੋਕ ਲਾ ਦੇਣ। ਸਥਿਤੀ ਦੀ ਪੜਤਾਲ ਕਰਨ ਲਈ ਇੱਕ ਕਮੇਟੀ ਨਿਯੁਕਤ ਕਰ ਦਿੱਤੀ ਗਈ। ਇਸ ਕਮੇਟੀ ਨੂੰ ਸੈਨਾ ਵਿੱਚ ਕਮਿਊਨਿਸਟ ਘੁੱਟਪੈਠ ਦੇ ਸਬੂਤ ਵੀ ਮਿਲੇ ਤੇ ਇਸ ਨੂੰ ਸਿੱਖਾਂ ਵਿੱਚ ਇਸ ਤਰ੍ਹਾਂ ਫੈਲੀ ਹੋਈ ਬੇਚੈਨੀ ਦਾ ਪਤਾ ਚੱਲਿਆ ਕਿ ਸਿੱਖ ਯੂਨੀਅਨਿਸਟ ਮੰਤਰੀ ਮੰਡਲ ਦੀ ਮੁਸਲਿਮ ਲੀਗ ਨਾਲ ਸਾਂਝ ਤੇ ਤਾਲਮੇਲ ਤੋਂ ਵੀ ਦੁਖੀ ਸਨ, ਜੋ ਪੰਜਾਬ ਵਿੱਚ ਮੁਸਲਿਮ ਰਾਜ ਦੀਆਂ ਗੱਲਾਂ ਕਰ ਰਹੀ ਸੀ। ਸਿੱਖਾਂ ਦੀਆਂ ਸ਼ਿਕਾਇਤਾਂ ਦੂਰ ਕੀਤੀਆਂ ਗਈਆਂ ਤੇ ਸਿੱਖ ਨੇਤਾਵਾਂ ਨੂੰ ਭਰੋਸਾ ਦਿੱਤਾ ਗਿਆ ਕਿ ਮੁਸਲਮਾਨਾਂ ਨੂੰ ਭਰਮਾਉਣ ਤੇ ਪਤਿਆਉਣ ਲਈ ਸਿੱਖ ਹਿੱਤ ਕੁਰਬਾਨ ਨਹੀਂ ਕੀਤੇ ਜਾਣਗੇ। ਭਰਤੀ ਵਿੱਚ ਤੇਜ਼ੀ ਲਿਆਉਣ ਲਈ ਮਹਾਰਾਜਾ ਪਟਿਆਲਾ ਦੀ ਪ੍ਰਧਾਨਗੀ ਅਧੀਨ ਖਾਲਸਾ ਡਿਫੈਂਸ ਆਫ ਇੰਡੀਆ ਲੀਗ ਦੀ ਸਥਾਪਨਾ ਕੀਤੀ ਗਈ। ਸਿੱਖਾਂ ਦੀ ਭਰਤੀ ਉੱਪਰ ਲਾਈ ਰੋਕ ਖਤਮ ਕਰ ਦਿੱਤੀ ਗਈ। ਇਹ ਸਮੱਸਿਆ ਜੰਗੀ ਕੋਸ਼ਿਸ਼ਾਂ ਵਿੱਚ ਅੰਗਰੇਜ਼ਾਂ ਦੇ ਹੱਕ ਜਾਂ ਵਿਰੋਧ ਨਾਲੋਂ ਕਿਤੇ ਗੁੰਝਲਦਾਰ ਸੀ। ਸਿੱਖਾਂ ਨੇ ਆਪਣੇ ਭਾਰਤੀ ਸਾਥੀਆਂ ਨਾਲ ਵੀ ਸਮਝੌਤਾ ਕਰਨਾ ਸੀ, ਜਿਨ੍ਹਾਂ ਵਿੱਚੋਂ ਹਿੰਦੂ ਵੀ ਸਨ, ਜੋ ਵਧੇਰੇ ਕਾਂਗਰਸ ਸਮਰਥਕ ਸਨ, ਤੇ ਮੁਸਲਮਾਨ ਵੀ, ਜਿਨ੍ਹਾਂ ਚੋਂ ਵਧੇਰੇ ਇੱਕ ਸੁਤੰਤਰ ਮੁਸਲਿਮ ਰਾਜ ਦੇ ਵਿਚਾਰ ਨਾਲ ਭਾਵਕ ਤੌਰ ਤੇ ਉਤੇਜਿਤ ਸਨ। ਆਪਣੇ ਵਤਨ ਵਾਸੀਆਂ ਨਾਲ ਸਮਝੌਤਾ ਕਰਨ ਸਮੇਂ ਸਿੱਖ ਨੇਤਾ ਕਿਸੇ ਨਿਸ਼ਚਿਤ ਦ੍ਰਿਸ਼ਟੀਕੋਣ ਦੀ ਅਣਹੋਂਦ ਕਾਰਨ ਪਰੇਸ਼ਾਨ ਸਨ ਤੇ ਅਫਰਾ ਤਫਰੀ ਵਿੱਚ ਉਲਝੇ ਹੋਏ ਸਨ। ਜੰਗੀ ਕੋਸ਼ਿਸ਼ਾਂ ਦੀ ਪੈਰਵਾਈ ਕਰਨ ਵਿੱਚ ਵਾਇਸਰਾਏ ਵੱਲੋਂ ਸਭ ਰਾਜਸੀ ਪਾਰਟੀਆਂ ਦਾ ਸਹਿਯੋਗ ਲੈਣ ਦੇ ਯਤਨ ਨਾਕਾਮ ਹੋ ਗਏ। ਕਾਂਗਰਸੀ ਮੰਤਰੀ ਮੰਡਲਾਂ ਦੇ ਤਿਆਗ ਪੱਤਰ ਦੇਣ ਤੇ 7 ਸੂਬਿਆਂ ਵਿੱਚ ਗਵਰਨਰਾਂ ਨੇ ਸ਼ਾਸਨ ਦੀ ਵਾਂਗਡੋਰ ਸੰਭਾਲ ਲਈ। ਸਿਰਫ 4 ਸੂਬਿਆਂ ਵਿੱਚ ਮੁਸਲਿਮ ਲੀਗ ਚੁਣੇ ਹੋਏ ਪ੍ਰਤੀਨਿਧਾਂ ਰਾਹੀਂ ਸਰਕਾਰ ਦਾ ਕਾਰ ਵਿਹਾਰ ਚਲਾਉਣ ਦੇ ਸਮਰੱਥ ਰਹੀ। ਜਦੋਂ ਮੁਸਲਿਮ ਲੀਗ ਨੇ ਬੜੀ ਉਤਸੁਕਤਾ ਨਾਲ ਖਾਲੀ ਹੋਈ ਥਾਂ ਭਰ ਦਿੱਤੀ, ਕਾਂਗਰਸ ਨੇ ਅਸਹਿਯੋਗ ਦਾ ਫੈਸਲਾ ਮੁੜ ਦੁਹਰਾਇਆ ਤੇ ਹੋਰ ਵੀ ਅਲੱਗ-ਥਲੱਗ ਹੋ ਗਈ। ਸੁਭਾਸ਼ ਚੰਦਰ ਬੋਸ ਤੇ ਸਰਦੂਲ ਸਿੰਘ ਕਵੀਸ਼ਰ 1963 ਵਿੱਚ ਉਸ ਦੀ ਮੌਤ ਹੋ ਗਈ। ਦਾ ਧੜਾ ਮੁੱਖ ਦਲ ਕਾਂਗਰਸ ਨਾਲੋਂ ਟੁੱਟ ਕੇ ਅੰਗਰੇਜ਼ਾਂ ਦੀ ਵਧੇਰੇ ਵਿਰੋਧਤਾ ਸੰਗਠਨ ਕਰਨ ਵਿੱਚ ਜੁਟ ਗਿਆ। ਕੁਝ ਦਿਨ ਮਗਰੋਂ ਮੁਸਲਿਮ ਲੀਗ ਨੇ ਆਪਣੇ ਲਾਹੌਰ ਸਮਾਗਮ ਵਿੱਚ ਰਸਮੀ ਤੌਰ ਤੇ ਮਤਾ ਪਾਸ ਕਰ ਦਿੱਤਾ। ਉਸ ਦਾ ਨਿਸ਼ਾਨਾ ਇੱਕ ਸੁਤੰਤਰ ਮੁਸਲਿਮ ਰਿਆਸਤ ਸੀ। ਲਾਹੌਰ ਮਤੇ ਵਿੱਚ ਪਾਕਿਸਤਾਨ ਸ਼ਬਦ ਦੀ ਵਰਤੋਂ ਤਾਂ ਨਹੀਂ ਕੀਤੀ ਗਈ ਸੀ, ਪਰ ਇਰਾਦਾ ਸਪਸ਼ਟ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਕੋਈ ਵੀ ਸੰਵਿਧਾਨਿਕ ਯੋਜਨਾ ਇਸ ਮੁਲਕ ਵਿੱਚ ਵਿਵਹਾਰਿਕ, ਵਾਸਤਵਿਕ ਅਤੇ ਮੁਸਲਮਾਨਾਂ ਦੇ ਲਈ ਮੰਨਣਯੋਗ ਨਹੀਂ ਹੋਵੇਗੀ, ਜਿਸ ਦੀ ਮੂਲ ਸਿਧਾਂਤਾਂ ਅਨੁਸਾਰ ਰੂਪ ਰੇਖਾ ਨਹੀਂ ਘੜੀ ਜਾਵੇਗੀ, ਜਿਵੇਂ ਭੂਗੋਲਿਕ ਤੌਰ ਤੇ ਜੁੜੀਆਂ ਇਕਾਈਆਂ, ਜਿਨ੍ਹਾਂ ਦੀ ਅੱਗੋਂ ਖੇਤਰਾਂ ਵਿੱਚ ਨਿਸ਼ਾਨਦੇਹੀ ਕੀਤੀ ਹੋਵੇਗੀ, ਸਥਾਪਿਤ ਕੀਤੀਆਂ ਜਾਣ, ਜਿਨ੍ਹਾਂ ਦੀ ਲੋੜ ਅਨੁਸਾਰ ਤਬਦੀਲੀ ਕੀਤੀ ਜਾਵੇ। ਜਿਵੇਂ ਜਿਹੜੇ ਖੇਤਰਾਂ ਵਿੱਚ ਮੁਸਲਿਮ ਬਹੁਗਿਣਤੀ ਹੈ, ਜਿਵੇਂ ਉੱਤਰ ਪੱਛਮ ਤੇ ਭਾਰਤ ਦੇ ਪੂਰਬੀ ਖੰਡ, ਵੱਖਰੇ ਸੁਤੰਤਰ ਰਾਜਾਂ ਵਿੱਚ ਜੁਟ ਕੀਤੇ ਜਾਣ, ਜਿਸ ਵਿੱਚ ਮਿਲੀਆਂ ਇਕਾਈਆਂ ਸਵਾਧੀਨ ਤੇ ਪ੍ਰਮੁੱਖ ਹੋਣ। ਲਕੀਰੇ ਹੋਏ ਸ਼ਬਦਾਂ ਦਾ ਭਾਵ ਗੈਰ ਮੁਸਲਮਾਨਾਂ ਨੇ ਇਹ ਲਿਆ ਕਿ ਮੁਸਲਿਮ ਲੀਗ ਸਾਰਾ ਪੰਜਾਬ ਨਹੀਂ ਚਾਹੁੰਦੀ, ਸਗੋਂ ਅੱਧਾ ਪੂਰਬੀ ਭਾਗ ਬਾਹਰ ਰੱਖਣਾ ਚਾਹੁੰਦੀ ਹੈ, ਜਿਸ ਵਿੱਚ ਗੈਰ ਮੁਸਲਿਮ ਵਸੋਂ ਵਧੇਰੇ ਸੀ। ਮਿਸਟਰ ਜਿੰਨਾ ਨੇ ਸਿੱਖਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਸੀ। ਸਰ ਸਿਕੰਦਰ ਹਯਾਤ ਖਾਂ, ਜਿਸ ਨੇ ਲਾਹੌਰ ਮਤੇ ਦੇ ਮੂਲ ਖਰੜੇ ਦੀ ਸਰਪ੍ਰਸਤੀ ਕੀਤੀ ਸੀ, ਉਸ ਨੇ ਗੈਰ ਮੁਸਲਮਾਨਾਂ ਦੇ ਸ਼ੱਕ ਸ਼ੁਬਹੇ
दूर करन दी कोशिश कीती सी। ਉਸ ਨੇ ਕਿਹਾ, ਅਸੀਂ ਅਜਿਹੀ ਆਜ਼ਾਦੀ ਨਹੀਂ ਚਾਹੁੰਦੇ ਜਿਸ ਵਿੱਚ ਇੱਥੇ ਮੁਸਲਿਮ ਹਕੂਮਤ ਹੋਵੇ ਤੇ ਉੱਥੇ ਹਿੰਦੂ ਰਾਜ। ਜੇ ਪਾਕਿਸਤਾਨ ਦਾ ਭਾਵ ਇਹ ਹੈ ਤਾਂ ਮੇਰਾ ਇਸ ਨਾਲ ਕੋਈ ਸਬੰਧ ਨਹੀਂ ਹੈ। ਜੇ ਤੁਸੀਂ ਪੰਜਾਬ ਲਈ ਸਹੀ ਤੇ ਸੱਚੀ ਆਜ਼ਾਦੀ ਚਾਹੁੰਦੇ ਹੋ, ਭਾਵ ਇਹ ਕਿ ਜਿਸ ਵਿੱਚ ਹਰ ਫਿਰਕੇ ਨੂੰ ਆਰਥਿਕ ਤੇ ਪ੍ਰਬੰਧਕ ਖੇਤਰ ਵਿੱਚ ਸਾਂਝੇ ਤੌਰ ਤੇ ਭਾਈਵਾਲੀ ਪ੍ਰਾਪਤ ਹੋਵੇ, ਤਾਂ ਉਹ ਪੰਜਾਬ ਪਾਕਿਸਤਾਨ ਨਹੀਂ ਹੋਵੇਗਾ, ਸਗੋਂ ਸਿਰਫ ਪੰਜਾਬ ਹੋਵੇਗਾ, 5 ਦਰਿਆਵਾਂ ਦਾ ਪੰਜਾਬ। ਪੰਜਾਬ ਪੰਜਾਬ ਹੈ, ਇਹ ਸਦਾ ਪੰਜਾਬ ਹੀ ਰਹੇਗਾ, ਭਾਵੇਂ ਕੋਈ ਕੁਛ ਪਿਆਰ ਕਹੇ। ਇਹ ਸੰਬੰਧ ਵਿੱਚ ਉਹ ਰਾਜਸੀ ਭਵਿੱਖ ਹੈ ਜੋ ਮੈਂ ਆਪਣੇ ਪ੍ਰਾਂਤ ਤੇ ਮੁਲਕ ਲਈ ਨਵੇਂ ਵਿਧਾਨ ਅਨੁਸਾਰ ਵੇਖ ਰਿਹਾ ਹਾਂ। ਸਿੱਖ ਨੇਤਾ ਇਸ ਸ਼ਬਦਾਂ ਦੀ ਜਾਦੂਗਰੀ ਤੋਂ ਪ੍ਰਭਾਵਿਤ ਨਾ ਹੋਏ। ਇਸ ਦੇ ਵਿਪਰੀਤ ਉਹਨਾਂ ਨੂੰ ਭਰੋਸਾ ਸੀ ਕਿ ਮੁਸਲਿਮ ਯੂਨੀਅਨਿਸਟ ਮੁਸਲਿਮ ਲੀਗ ਦੇ ਮਿਸਟਰ ਹਾਈਡ ਦਾ ਦੂਸਰਾ ਪਹਿਲੂ ਡਾਕਟਰ ਜੈਕਲ ਹੀ ਹੈ ਤੇ ਸਰ ਸਿਕੰਦਰ ਹਯਾਤ ਖਾਂ ਬਸ ਇੱਕ ਹੋਰ ਦੁਬਾਜਰਾ ਕਪਟੀ ਸਿਆਸਤਦਾਨ ਸੀ। ਸਿੱਖ ਬੜੀ ਕਪਟ ਭਰੀ ਸਥਿਤੀ ਵਿੱਚ ਸਨ। ਉਹਨਾਂ ਨੂੰ 2 ਵਿਰੋਧੀ ਲਹਿਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇੱਕ ਦੀ ਅਗਵਾਈ ਸਮੁੱਚੇ ਮੁਲਕ ਦੀ ਸੁਤੰਤਰਤਾ ਲਈ ਕਾਂਗਰਸ ਕਰ ਰਹੀ ਸੀ ਤੇ ਦੂਸਰੀ ਦੀ ਅਗਵਾਈ ਇੱਕ ਆਜ਼ਾਦ ਮੁਸਲਿਮ ਰਾਜ ਲਈ ਮੁਸਲਿਮ ਲੀਗ ਕਰ ਰਹੀ ਸੀ, ਜਿੱਥੇ ਸਿੱਖ ਰਹਿੰਦੇ ਸਨ। ਕਾਂਗਰਸੀ ਨੇਤਾ ਭਾਵੇਂ ਉਹ ਕਿਤਨਾ ਵੀ ਸਿੱਖਾਂ ਨੂੰ ਆਪਣੇ ਨਾਲ ਰੱਖਣਾ ਚਾਹੁੰਦੇ ਸਨ, ਸਿੱਖਾਂ ਨੂੰ ਉਹ ਅਧਿਕਾਰ ਦੇਣ ਲਈ ਤਿਆਰ ਨਹੀਂ ਸਨ ਜੋ ਉਹਨਾਂ ਨੂੰ ਅੰਗਰੇਜ਼ੀ ਰਾਜ ਅਧੀਨ ਮਿਲੇ ਸਨ। ਇਸ ਦੇ ਉਲਟ ਰਾਸ਼ਟਰਵਾਦੀ ਵੱਖਰੇ ਚੋਣ ਹਲਕੇ ਤੇ ਅਧਿਕਾਰਾਂ ਨੂੰ, ਜਿਨ੍ਹਾਂ ਦਾ ਆਧਾਰ ਜਾਤ ਜਾਂ ਧਰਮ ਸੀ, ਉਹਨਾਂ ਨੂੰ ਖਤਮ ਕਰਨ ਦੀ ਸੋਚ ਰਹੇ ਸਨ। ਲੀਗ ਨੇ ਥੋੜ੍ਹਾ ਜਿਹਾ ਭਰੋਸਾ ਦਿੱਤਾ, ਪਰ ਸਿੱਖਾਂ ਨੂੰ ਉਸ ਥੋੜ੍ਹੇ ਜਿਹੇ ਭਰੋਸੇ ਤੇ ਵੀ ਕੋਈ ਇਤਬਾਰ ਨਹੀਂ ਸੀ। ਸਿੱਖ ਕਿਹੜਾ ਮਾਰਗ ਅਪਣਾਉਂਦੇ? ਕੀ ਉਹ ਕਾਂਗਰਸ ਤੇ ਲੀਗ ਦੇ ਮਤਭੇਦਾਂ ਦੇ ਲਾਭ ਉਠਾ ਕੇ ਦੋਹਾਂ ਤੋਂ ਰਿਆਸਤਾਂ ਲੈਂਦੇ, ਜਾਂ ਕਾਂਗਰਸ ਤੇ ਲੀਗ ਦੋਹਾਂ ਨੂੰ ਅਣਗੌਲਿਆ ਕਰਕੇ ਆਪਣੇ ਸੁਤੰਤਰ ਰਾਜ ਲਈ ਯਤਨ ਕਰਦੇ? ਕਈ ਰਾਜਸੀ ਆਗੂ ਇੱਕ ਪ੍ਰਕਾਰ ਦੀ ਨੀਤੀ ਦੀ ਵਕਾਲਤ ਕਰਦੇ ਤਾਂ ਦੂਸਰੀ ਧਿਰ ਉਸ ਦਾ ਸਮੁੱਚਾ ਵਿਰੋਧ ਕਰਦੀ। ਹਾਲਾਤ ਇਤਨੀ ਤੇਜ਼ੀ ਨਾਲ ਵਧੇ ਕਿ ਉਹਨਾਂ ਕੋਲ ਮਿਲ ਬੈਠ ਕੇ ਸਥਿਤੀ ਦਾ ਜਾਇਜ਼ਾ ਲੈ ਕੇ ਇੱਕ ਸਾਂਝਾ ਰਾਜਸੀ ਵਿਚਾਰ ਇਕਮੁੱਠ ਹੋ ਕੇ ਪੇਸ਼ ਕਰਨ ਦਾ ਸਮਾਂ ਹੀ ਨਾ ਰਿਹਾ। ਭਾਰਤ ਦਾ ਇਹ ਰਾਜਸੀ ਗਤੀਰੋਧ ਯੂਰਪ ਦੀ ਕਲਪਤ ਜੰਗ ਦੀ ਸਮਾਪਤੀ ਨਾਲ ਹੀ ਸਮਾਪਤ ਹੋ ਗਿਆ। ਅਪ੍ਰੈਲ 1940 ਵਿੱਚ ਨਾਜ਼ੀਆਂ ਨੇ ਨਾਰਵੇ, ਡੈਨਮਾਰਕ, ਹਾਲੈਂਡ, ਬੈਲਜੀਅਮ ਤੇ ਅਧਿਕਾਰ ਕਰ ਲਿਆ ਤੇ ਫਰਾਂਸੀਸੀ ਮੁਕਾਬਲਾ ਖਤਮ ਹੋ ਗਿਆ। ਬਰਤਾਨੀਆ ਵੀ ਡਨਕਿਰਨ ਵਿੱਚ ਮਸਾਂ ਹੀ ਤਬਾਹੀ ਤੋਂ ਬਚਿਆ। ਮਈ ਵਿੱਚ ਵਿੰਸਟਨ ਚਰਚਿਲ ਨੇ ਪ੍ਰਧਾਨ ਮੰਤਰੀ ਦੇ ਤੌਰ ਤੇ ਕਾਰਜਭਾਰ ਸੰਭਾਲ ਲਿਆ ਤੇ ਉਸ ਨੇ LS ਐਮਰੇ ਨੂੰ ਭਾਰਤ ਸਕੱਤਰ ਬਣਾ ਲਿਆ। ਲਾਰਡ ਲਿਨਲਿਥਗੋ ਨੇ ਭਾਰਤੀ ਅੜਿੱਕਾ ਹੱਲ ਕਰਨ ਲਈ ਆਪਣੇ ਯਤਨ ਮੁੜ ਸ਼ੁਰੂ ਕਰ ਦਿੱਤੇ। ਅਗਸਤ ਵਿੱਚ ਉਸ ਨੇ ਆਪਣੀ ਕਾਰਜਕਾਰੀ ਕੌਂਸਲ ਦਾ ਵਿਸਥਾਰ ਕਰਨ ਤੇ ਭਾਰਤੀ ਮੈਂਬਰ ਲੈ ਕੇ ਜੰਗੀ ਸਲਾਹਕਾਰ ਕਮੇਟੀ ਕਾਇਮ ਕਰਨ ਦੀ ਪੇਸ਼ਕਸ਼ ਕੀਤੀ। ਉਸ ਨੇ ਜੰਗ ਦੇ ਸਫਲਤਾਪੂਰਵਕ ਖਾਤਮੇ ਪਿੱਛੋਂ ਘੱਟ ਗਿਣਤੀਆਂ ਲਈ ਉਚਿਤ ਸੁਰੱਖਿਆ ਉਪਾਵਾਂ ਸਮੇਤ ਨਵੇਂ ਸੰਵਿਧਾਨ ਦੀ ਤਜਵੀਜ਼ ਵੀ ਪੇਸ਼ ਕੀਤੀ। ਕਾਂਗਰਸ ਲੀਗ ਦੋਹਾਂ ਨੇ ਹੀ ਅਗਸਤ ਪੇਸ਼ਕਸ਼ ਰੱਦ ਕਰ ਦਿੱਤੀ। ਕਾਂਗਰਸ ਨੇ ਤਾਂ ਹੋਰ ਵੀ ਅਗਲਾ ਕਦਮ ਉਠਾ ਕੇ ਸਿਵਲ ਨਾਫਰਮਾਨੀ ਦੀ ਇੱਕ ਹੋਰ ਲਹਿਰ ਸ਼ੁਰੂ ਕਰ ਦਿੱਤੀ। ਸੁਭਾਸ਼ ਚੰਦਰ ਬੋਸ ਆਪਣੇ ਕਲਕੱਤਾ ਵਾਲੇ ਘਰ ਤੋਂ ਰੁਪੋਸ਼ ਹੋ ਗਿਆ। ਕੁਝ ਹਫ਼ਤੇ ਮਗਰੋਂ ਉਸ ਦੀ ਆਵਾਜ਼ ਜਰਮਨੀ ਦੇ ਰੇਡੀਓ ਤੋਂ ਦੇਸ਼ ਵਾਸੀਆਂ ਨੂੰ ਅੰਗਰੇਜ਼ਾਂ ਵਿਰੁੱਧ ਵਿਦਰੋਹ ਕਰਨ ਦੀ ਪ੍ਰੇਰਨਾ ਦਿੰਦੀ ਸੁਣੀ ਗਈ। 1941 ਦੀਆਂ ਗਰਮੀਆਂ ਵਿੱਚ ਜੰਗ ਇੱਕ ਗੰਭੀਰ ਦੌਰ ਵਿੱਚ ਦਾਖਲ ਹੋ ਗਈ। ਫਰਾਂਸੀ ਤਾਕਤਾਂ ਨੇ ਯੂਗੋਸਲਾਵੀਆ ਤੇ ਯੂਨਾਨ ਤੇ ਹਮਲਾ ਕਰ ਦਿੱਤਾ। ਜਰਮਨੀ ਨੇ ਰੂਸ ਤੇ ਹਮਲਾ ਕੀਤਾ ਤੇ ਨਾਜ਼ੀ ਸ਼ਸਤਰਬੱਧ ਫੌਜ ਨੇ ਰੂਸ ਦੇ ਮਾਰਗ ਤੇ ਤੁਰਦਿਆਂ ਰੂਸ ਨੂੰ ਤਕੜਾ ਝਟਕਾ ਦਿੱਤਾ। ਜਨਰਲ ਰੋਮੇਲ ਨੇ ਮੱਧ ਪੂਰਬ ਲਈ ਖਤਰਾ ਪੈਦਾ ਕਰ ਦਿੱਤਾ। ਯਰੂਸ਼ਲਮ ਦੇ ਮੁਫਤੀ ਦੇ ਅਰਬੀ
ਪੈਰੋਕਾਰਾਂ ਨੇ ਕੇਂਦਰੀ ਤਾਕਤਾਂ ਦਾ ਸਮਰਥਨ ਕਰ ਦਿੱਤਾ। ਮਿੱਤਰ ਦੇਸ਼ਾਂ ਨੂੰ ਲਗਾਤਾਰ ਹਾਰਾਂ ਕਾਰਨ ਭਾਰਤ ਵਿੱਚ ਨਿਰਾਸ਼ਤਾ ਛਾ ਗਈ। ਬਰਤਾਨੀਆ ਦੇ ਹਥਿਆਰ ਸੁੱਟਣ ਵਿੱਚ ਕਿਤਨਾ ਕੁ ਸਮਾਂ ਲੱਗੇਗਾ? ਕੀ ਫਰਾਂਸੀ ਤਾਕਤਾਂ ਭਾਰਤ ਉੱਪਰ ਅਧਿਕਾਰ ਕਰ ਲੈਣਗੀਆਂ? ਕੀ ਹਿੰਦੂਆਂ ਤੇ ਮੁਸਲਮਾਨਾਂ ਵਿੱਚ ਗ੍ਰਹਿ ਯੁੱਧ ਹੋਵੇਗਾ? ਇਹੋ ਜਿਹੇ ਸਵਾਲ ਸਨ ਜੋ ਲੋਕ ਇੱਕ ਦੂਸਰੇ ਤੋਂ ਪੁੱਛਦੇ। ਸਿੱਖ ਵੀ ਬੇਚੈਨ ਹੋ ਉੱਠੇ। ਯੂਨੀਅਨਿਸਟ ਰਾਜ ਪ੍ਰਬੰਧ ਵਿਰੁੱਧ ਖਾਲਸਾ ਵਿਦਰੋਹ ਦੀਆਂ ਅਫਵਾਹਾਂ ਗਰਮ ਸਨ। ਬਹੁਤ ਭਾਰੀ ਇਕੱਠ ਵਾਲੇ ਸਮਾਗਮ ਵਿੱਚ ਅੰਮ੍ਰਿਤਸਰ ਵਿੱਚ ਯੂਨੀਅਨਿਸਟ ਮੰਤਰੀ ਮੰਡਲ ਦੇ ਮੁਸਲਿਮ ਰਾਜ ਦੀ ਨਿਖੇਧੀ ਕਰਨ ਲਈ ਮਤਾ ਪਾਸ ਕੀਤਾ ਗਿਆ। ਇਸ ਤਰ੍ਹਾਂ ਆਪਣੀ ਹਵਾੜ ਕੱਢ ਕੇ ਨੇਤਾ ਫਿਰ ਘਬਰਾਹਟ ਤੇ ਚਿੰਤਾ ਭਰੀ ਚੁੱਪ ਧਾਰਨ ਕਰ ਗਏ। ਲਾਰਡ ਲਿਨਲਿਥਗੋ ਨੇ ਕਾਂਗਰਸ ਤੇ ਲੀਗ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਛੱਡ ਦਿੱਤੀਆਂ। ਜੁਲਾਈ 1941 ਵਿੱਚ ਉਸਨੇ ਆਪਣੀ ਕਾਰਜਕਾਰਨੀ ਕੌਂਸਲ ਦੀ ਗਿਣਤੀ 7 ਤੋਂ ਵਧਾ ਕੇ 12 ਕਰਨ ਦਾ ਐਲਾਨ ਕੀਤਾ, ਜਿਸ ਵਿੱਚ 8 ਭਾਰਤੀ ਹੋਣੇ ਸਨ। ਉਸਨੇ 30 ਮੈਂਬਰਾਂ ਦੀ ਡਿਫੈਂਸ ਕੌਂਸਲ ਦੀ ਸਥਾਪਨਾ ਕੀਤੀ। ਇਸ ਵਿੱਚ 2 ਸਿੱਖ ਨਾਮਜ਼ਦ ਕੀਤੇ ਗਏ। 1 ਸਾਲ ਮਗਰੋਂ ਸਰ ਜੋਗਿੰਦਰ ਸਿੰਘ ਨੂੰ ਕਾਰਜਕਾਰਨੀ ਸਭਾ ਵਿੱਚ ਸਿੱਖਿਆ ਮੰਤਰਾਲੇ ਦੀ ਜ਼ਿੰਮੇਵਾਰੀ ਸੰਭਾਲਣ ਦਾ ਸੱਦਾ ਦਿੱਤਾ। ਏਸ਼ੀਆ ਵਿੱਚ ਜੰਗ ਬਾਰੇ ਸਿੱਖਾਂ ਦਾ ਦ੍ਰਿਸ਼ਟੀਕੋਣ। ਪਰਲ ਹਾਰਬਰ ਦੀ 7 ਦਸੰਬਰ 1941 ਦੀ ਘਟਨਾ ਤੋਂ ਕੁਝ ਮਹੀਨੇ ਪਹਿਲਾਂ ਜਾਪਾਨੀ ਪ੍ਰਤੀਨਿਧਾਂ ਨੇ ਥਾਈਲੈਂਡ, ਚੀਨ, ਹਾਂਗਕਾਂਗ, ਕੰਬੋਡੀਆ, ਫਿਲਪਾਈਨਜ਼, ਬਰਮਾ, ਮਲਾਇਆ ਤੇ ਸਿੰਗਾਪੁਰ ਵਿੱਚ ਭਾਰਤੀ ਫਿਰਕਿਆਂ ਤੇ ਸੰਗਠਨਾਂ ਨਾਲ ਸੰਪਰਕ ਕਾਇਮ ਕੀਤਾ। ਇਨ੍ਹਾਂ ਮੁਲਕਾਂ ਵਿੱਚ ਭਾਰਤੀ ਵਸੋਂ ਦਾ ਅਨੁਮਾਨ 20 ਲੱਖ ਤੋਂ ਉੱਪਰ ਲਾਇਆ ਜਾਂਦਾ ਸੀ ਤੇ ਉਹ ਸਭ ਅੰਗਰੇਜ਼ਾਂ ਦੇ ਵਿਰੋਧੀ ਸਨ। ਭਾਰਤੀ ਸਹਿਯੋਗ ਪ੍ਰਾਪਤ ਕਰਨ ਲਈ ਜਾਪਾਨੀਆਂ ਨੇ ਰਾਸ ਬਿਹਾਰੀ ਬੋਸ ਨੂੰ ਚੁਣਿਆ। ਬੋਸ ਦਾ ਭਾਰਤੀ ਦੇਸ਼ ਭਗਤਾਂ ਵਿੱਚ ਕਾਫੀ ਸਤਿਕਾਰ ਕੀਤਾ ਜਾਂਦਾ ਸੀ ਤੇ ਉਹਦੇ ਗਦਰ ਲਹਿਰ ਨਾਲ ਪਹਿਲੇ ਸਬੰਧਾਂ ਕਾਰਨ ਸਿੱਖ ਉਹਦੀ ਬਹੁਤ ਇੱਜ਼ਤ ਕਰਦੇ ਸਨ। 1945 ਤੋਂ ਉਹ ਜਾਪਾਨ ਵਿੱਚ ਰਹਿ ਰਿਹਾ ਸੀ, ਜਿੱਥੇ ਉਸਨੇ ਬਲੈਕ ਡਰੈਗਨ ਸੁਸਾਇਟੀ ਦੇ ਮੁਖੀ ਦੀ ਲੜਕੀ ਨਾਲ ਵਿਆਹ ਵੀ ਕਰਵਾ ਲਿਆ। ਰਾਸ ਬਿਹਾਰੀ ਬੋਸ ਨੇ ਜਾਪਾਨੀ ਸਰਕਾਰ ਨੂੰ ਇਸ ਗੱਲ ਲਈ ਮਨਾ ਲਿਆ ਕਿ ਇੰਗਲੈਂਡ ਨਾਲ ਲੜਾਈ ਦੀ ਸੂਰਤ ਵਿੱਚ ਭਾਰਤੀਆਂ ਨਾਲ ਵੈਰੀ ਮੁਲਕ ਦੀ ਪਰਜਾ ਵਾਲਾ ਸਲੂਕ ਨਹੀਂ ਕੀਤਾ ਜਾਵੇਗਾ ਤੇ ਫੌਜੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਵੇਗਾ, ਸਗੋਂ ਉਹ ਫੌਜੀ ਅਮਲਾ ਰਾਸ ਬਿਹਾਰੀ ਬੋਸ ਦੇ ਹਵਾਲੇ ਕੀਤਾ ਜਾਵੇਗਾ। ਜਾਪਾਨੀ ਗੁਪਤਚਰ ਵਿਭਾਗ ਦੇ ਮੇਜਰ ਫੂਜੀਵਾਰਾ ਨੂੰ ਤਾਲਮੇਲ ਅਫਸਰ ਨਿਯੁਕਤ ਕੀਤਾ ਗਿਆ। ਉਸ ਦੇ ਵਿਭਾਗ ਦਾ ਨਾਮ ਉਸ ਦੇ ਨਾਮ ਅਨੁਸਾਰ ਫੂਜੀਵਾਰਾ ਕਿਕਾਨ ਰੱਖਿਆ ਗਿਆ। ਰਾਸ ਬਿਹਾਰੀ ਬੋਸ ਨੇ ਸਿੱਖਾਂ ਨੂੰ ਖਾਸ ਮਹੱਤਵ ਤੇ ਤਰਜੀਹ ਦਿੱਤੀ। ਥਾਈਲੈਂਡ ਵਿੱਚ ਉਹਦੇ ਸਹਿਯੋਗੀ ਅਮਰ ਸਿੰਘ, ਉਸਨੇ 20 ਸਾਲਾਂ ਬਰਤਾਨਵੀ ਜੇਲ੍ਹਾਂ ਵਿੱਚ ਬਤੀਤ ਕੀਤੇ ਸਨ, ਤੇ ਗਿਆਨੀ ਪ੍ਰੀਤਮ ਸਿੰਘ, ਉਹ ਬੰਕਾਕ ਵਿੱਚ ਗੁਰਦੁਆਰੇ ਦਾ ਗ੍ਰੰਥੀ ਸੀ, ਤੇ ਯਾਹ ਵਿੱਚ ਰਬੜ ਪੈਦਾ ਕਰਨ ਵਾਲੇ ਕਿਸਾਨ ਚੰਦਾ ਸਿੰਘ ਸਨ। ਇਹ ਵਿਅਕਤੀ ਬੰਕਾਕ ਦੀ ਭਾਰਤੀ ਕਲਚਰ ਲਾਜ ਦੇ ਮੈਂਬਰ ਸਨ, ਜਿਸ ਦਾ ਸੰਚਾਲਕ ਸਵਾਮੀ ਸਤਿਆਨੰਦ ਪੁਰੀ ਸੀ। ਮਲਾਇਆ ਵਿੱਚ ਬੋਸ ਦਾ ਮੁੱਖ ਸਮਰਥਕ ਬੁੱਧ ਸਿੰਘ ਸੀ, ਜੋ ਮਲਾਇਆ ਦੇ ਗਾਂਧੀ ਵਜੋਂ ਮਸ਼ਹੂਰ ਸੀ। ਉਸਨੇ ਥਾਈਲੈਂਡ ਤੇ ਮਲਾਇਆ ਦੀਆਂ ਸਿੱਖ ਜਥੇਬੰਦੀਆਂ ਨਾਲ ਤੇ ਸਿੱਖ ਪਲਟਨਾਂ ਦੇ ਗ੍ਰੰਥੀਆਂ ਨਾਲ ਸੰਪਰਕ ਸਥਾਪਿਤ ਕੀਤੇ। ਸਿੰਘਾਈ ਦੀ ਕ੍ਰਾਂਤੀਕਾਰੀ ਪਾਰਟੀ ਦੇ ਮੈਂਬਰ, ਜੋ ਸਾਰੇ ਹੀ ਸਿੱਖ ਸਨ, ਹਾਂਗਕਾਂਗ ਵਿੱਚ ਨਿਯੁਕਤ ਸਿੱਖ ਪਲਟਨਾਂ ਦੇ ਗ੍ਰੰਥੀਆਂ ਨੂੰ ਆਪਣੇ ਵਿਚਾਰਾਂ ਦੇ ਸਮਰਥਕ ਬਣਾਉਣ ਵਿੱਚ ਸਫਲ ਹੋ ਗਏ। 1941 ਦੇ ਸ਼ੁਰੂ ਵਿੱਚ ਸਿੱਖ ਪਿਆਦਾ ਪਲਟਨਾਂ ਨਾਲ ਨਿਯੁਕਤ ਗ੍ਰੰਥੀ ਜਲਾਵਤਨ ਕਰਕੇ ਭਾਰਤ ਭੇਜ ਦਿੱਤੇ ਗਏ। ਅਪ੍ਰੈਲ 1941 ਵਿੱਚ ਗਿਆਨੀ ਪ੍ਰੀਤਮ ਸਿੰਘ ਤੇ ਚੰਦਾ ਸਿੰਘ ਨੇ 3 ਸਿੱਖ ਏਜੰਟ ਮਲਾਇਆ ਭੇਜੇ। ਇਹ ਆਦਮੀ ਗ੍ਰਿਫਤਾਰ ਕਰ ਲਏ ਗਏ ਤੇ ਕੋਟਾ ਬਾਰੂ ਦੀ ਸੁਪਰੀਮ ਕੋਰਟ ਨੇ ਉਹਨਾਂ ਨੂੰ 10 ਸਾਲ ਦੀ ਸਜ਼ਾ ਦਿੱਤੀ। ਮਗਰੋਂ ਜਾਪਾਨੀਆਂ ਨੇ ਉਹਨਾਂ ਨੂੰ ਸਿੰਗਾਪੁਰ ਜਾ ਕੇ ਛੁਡਾਇਆ। ਰਾਸ ਬਿਹਾਰੀ ਬੋਸ ਅੱਗੇ ਵਧ ਰਹੀਆਂ ਜਾਪਾਨੀ ਫੌਜਾਂ ਦੇ ਮਗਰ ਤੁਰਦਾ ਗਿਆ। ਜਿੱਥੇ ਵੀ ਉਹ ਪਹੁੰਚਦਾ, ਉਹ ਭਾਰਤੀ ਸੁਤੰਤਰਤਾ ਲੀਗ ਦੀ ਸਥਾਪਨਾ ਕਰ ਦਿੰਦਾ।
ਜਾਪਾਨੀ ਸੈਨਾਵਾਂ ਨੇ ਥਾਈ ਮਲਾਇਆ ਸੀਮਾ ਪਾਰ ਕਰਕੇ ਵਿਰੋਧੀ ਭਾਰਤੀ ਬਰਤਾਨਵੀ ਸੈਨਾ ਨੂੰ ਹਾਰ ਦਿੱਤੀ। ਹਜ਼ਾਰਾਂ ਹੀ ਗ੍ਰਿਫਤਾਰ ਕੀਤੇ ਗਏ ਭਾਰਤੀਆਂ ਵਿੱਚ 1/14 ਪੰਜਾਬ ਪਲਟਨ ਦਾ ਕਪਤਾਨ ਮੋਹਨ ਸਿੰਘ ਸੀ। ਮੋਹਨ ਸਿੰਘ ਨੇ ਆਪਣੀਆਂ ਸੇਵਾਵਾਂ ਵੀ ਜਾਪਾਨੀ ਕਮਾਂਡਰ ਨੂੰ ਪੇਸ਼ ਕਰ ਦਿੱਤੀਆਂ। ਅਲੋਰ ਸਟਾਕ ਕੈਂਪ ਵਿੱਚ ਭਾਰਤੀ ਜੰਗੀ ਕੈਦੀ ਮੋਹਨ ਸਿੰਘ ਦੇ ਹਵਾਲੇ ਕਰ ਦਿੱਤੇ ਗਏ। ਉਸ ਦੀ ਪਦ-ਉੱਨਤੀ ਕਰਕੇ ਉਸ ਨੂੰ ਜਨਰਲ ਬਣਾ ਦਿੱਤਾ ਗਿਆ ਤੇ ਉਹ ਨਵੀਂ ਸਥਾਪਿਤ ਕੀਤੀ ਆਜ਼ਾਦ ਹਿੰਦ ਫੌਜ ਦਾ ਸੈਨਾਪਤੀ ਬਣ ਗਿਆ। ਆਜ਼ਾਦ ਹਿੰਦ ਫੌਜ ਦੇ ਪਹਿਲੇ ਦਸਤੇ ਨੇ ਸਿੰਗਾਪੁਰ ਉੱਤੇ ਜਾਪਾਨੀ ਹਮਲੇ ਦੀ ਅਗਵਾਈ ਕੀਤੀ ਤੇ ਉਸ ਉੱਪਰ 15 ਜਨਵਰੀ 1942 ਨੂੰ ਅਧਿਕਾਰ ਕਰ ਲਿਆ। ਸਿੰਗਾਪੁਰ ਵਿੱਚ 45,000 ਭਾਰਤੀ ਜੰਗੀ ਕੈਦੀ ਇਕੱਠੇ ਕੀਤੇ ਗਏ, ਜਿਹੜੇ 20,000 ਫੌਜੀਆਂ ਨੇ ਸਵੈ ਇੱਛਾ ਨਾਲ INA ਵਿੱਚ ਸ਼ਾਮਿਲ ਹੋਣ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਵਿੱਚ ਕਾਫੀ ਮਾਤਰਾ ਸਿੱਖਾਂ ਦੀ ਸੀ। ਜਨਰਲ ਮੋਹਨ ਸਿੰਘ ਨੇ ਆਪਣਾ ਮੁੱਖ ਦਫ਼ਤਰ ਸਿੰਗਾਪੁਰ ਕਾਇਮ ਕੀਤਾ, ਜੋ ਕਿ ਫੂਜੀਵਾਰਾ ਕਿਕਾਨ ਦੇ ਦਫ਼ਤਰ ਦੇ ਨਾਲ ਲੱਗਵਾਂ ਹੀ ਸੀ। ਉਸ ਨੇ ਸੈਗਾਓ ਵਿੱਚ ਫੀਲਡ ਮਾਰਸ਼ਲ ਕਾਊਂਟ ਟੇਰੋਚੀ ਨਾਲ ਮੁਲਾਕਾਤ ਕਰਕੇ ਇਹ ਟੋਹ ਲਾਉਣ ਦੀ ਕੋਸ਼ਿਸ਼ ਕੀਤੀ ਕਿ ਜਾਪਾਨੀ ਆਜ਼ਾਦ ਹਿੰਦ ਫੌਜ ਦੀ ਨਿਸ਼ਚਿਤ ਤੌਰ ਤੇ ਕੀ ਭੂਮਿਕਾ ਚਾਹੁੰਦੇ ਸਨ। ਉਸ ਨੂੰ ਕਿਹਾ ਗਿਆ ਕਿ ਰਾਸ ਬਿਹਾਰੀ ਬੋਸ ਨੇ ਟੋਕੀਓ ਵਿੱਚ ਮੀਟਿੰਗ ਬੁਲਾਈ ਹੈ, ਜਿੱਥੇ ਇਸ ਬਾਰੇ ਵਿਚਾਰ ਕੀਤੀ ਜਾਵੇਗੀ। 28 ਮਾਰਚ 1942 ਦੀ ਟੋਕੀਓ ਕਾਨਫਰੰਸ ਵਿੱਚ ਇਹ ਮਤਾ ਪਾਸ ਕੀਤਾ ਗਿਆ ਕਿ ਲਹਿਰ ਦੇ ਵਿਦੇਸ਼ੀ ਗਲਬੇ ਤੋਂ ਪੂਰੀ ਸੁਤੰਤਰਤਾ ਹੋਵੇਗਾ ਤੇ ਹਰ ਪ੍ਰਕਾਰ ਦੇ ਨਿਯੰਤਰਣ ਤੋਂ ਮੁਕਤ ਹੋਵੇਗੀ। ਇੱਕ ਹੋਰ ਮਤਾ ਪਾਸ ਕੀਤਾ ਗਿਆ, ਜਿਸ ਵਿੱਚ ਇਹ ਵਰਣਨ ਕੀਤਾ ਗਿਆ ਕਿ ਭਾਰਤ ਵਿਰੁੱਧ ਫੌਜੀ ਕਾਰਵਾਈ ਕੇਵਲ ਆਜ਼ਾਦ ਹਿੰਦ ਫੌਜ ਵੱਲੋਂ ਹੀ ਅਜਿਹੇ ਸਿਪਾਹੀ ਸਮੁੰਦਰੀ ਤੇ ਹਵਾਈ ਸਹਿਯੋਗ ਤੇ ਸਹਾਇਤਾ ਨਾਲ ਕੀਤੀ ਜਾਵੇਗੀ, ਜਿਸ ਬਾਰੇ ਇੰਡੀਅਨ ਇੰਡੀਪੈਂਡੈਂਸ ਲੀਗ ਜਾਪਾਨੀ ਅਧਿਕਾਰੀਆਂ ਨੂੰ ਬੇਨਤੀ ਕਰੇਗੀ। ਜਾਪਾਨ ਦੇ ਪ੍ਰਧਾਨ ਮੰਤਰੀ ਟੋਜੋ ਨੇ ਕਾਨਫਰੰਸ ਬਾਰੇ ਸਲਾਹ ਮਸ਼ਵਰੇ ਵਿੱਚ ਨਿੱਜੀ ਤੌਰ ਤੇ ਦਿਲਚਸਪੀ ਲਈ। ਪ੍ਰਤੀਨਿਧ ਫਿਰ ਬੰਕਾਕ ਵਿੱਚ ਸਮਾਗਮ ਕਰਨ ਲਈ ਸਹਿਮਤ ਹੋਏ। ਥਾਈਲੈਂਡ ਦੀ ਚੋਣ, ਜੋ ਕਿ ਨਿਰਪੱਖ ਤੇ ਸੁਤੰਤਰ ਮੁਲਕ ਸੀ, ਅਜਿਹੇ ਸਮਾਗਮ ਦੇ ਸਥਾਨ ਵਜੋਂ ਜਾਣ ਬੁੱਝ ਕੇ ਕੀਤੀ ਗਈ। 15 ਜੂਨ 1942 ਵਿੱਚ ਹੋਈ ਬੰਕਾਕ ਕਾਨਫਰੰਸ ਵਿੱਚ ਏਸ਼ੀਆਈ ਮੁਲਕਾਂ ਦੇ ਭਾਰਤੀ ਫਿਰਕਿਆਂ ਦੇ ਪ੍ਰਤੀਨਿਧਾਂ ਨੇ ਭਾਗ ਲਿਆ। ਜਨਰਲ ਮੋਹਨ ਸਿੰਘ ਦੇ ਨਾਲ 30 ਅਫਸਰ ਸਨ। ਕੇਂਦਰੀ ਤਾਕਤਾਂ ਦੇ ਪ੍ਰਤੀਨਿਧ, ਇਟਲੀ, ਜਰਮਨੀ ਤੇ ਥਾਈ ਵਿਦੇਸ਼ ਮੰਤਰੀ ਵੀ ਹਾਜ਼ਰ ਸਨ। ਕਾਨਫਰੰਸ ਵਿੱਚ ਇਹ ਮੰਗ ਦੁਹਰਾਈ ਗਈ ਕਿ ਜਾਪਾਨੀ ਸਰਕਾਰ ਭਾਰਤ ਪ੍ਰਤੀ ਆਪਣੀ ਨੀਤੀ ਦਾ ਕੋਈ ਨਿਸ਼ਚਿਤ ਐਲਾਨ ਕਰੇ। ਜਾਪਾਨੀ ਸਰਕਾਰ ਨੇ ਬੰਕਾਕ ਮਤਿਆਂ ਪ੍ਰਤੀ ਕੋਈ ਅਨੁਕੂਲ ਤੇ ਸੁਖਾਵੀਂ ਪ੍ਰਤੀਕਿਰਿਆ ਨਾ ਪ੍ਰਗਟ ਕੀਤੀ। ਇਸ ਦੇ ਉਲਟ ਕਰਨਲ ਇਵਾਗੁਰੂ ਨੇ, ਜੋ ਕਰਨਲ ਫੂਜੀਵਾਰਾ ਦਾ ਤਾਲਮੇਲ ਅਫਸਰ ਵਜੋਂ ਉੱਤਰਾਧਿਕਾਰੀ ਸੀ, ਸਾਫ਼ ਹੀ ਕਹਿ ਦਿੱਤਾ ਕਿ ਉਸ ਦੀ ਸਰਕਾਰ ਦਾ ਇਸ ਬਾਰੇ ਕੋਈ ਬਿਆਨ ਦੇਣ ਦਾ ਇਰਾਦਾ ਨਹੀਂ ਸੀ। ਕੁਝ ਹੋਰ ਕਾਰਨਾਂ ਕਰਕੇ ਵੀ ਮੋਹਨ ਸਿੰਘ ਨੂੰ ਜਾਪਾਨੀਆਂ ਦੀ ਨੇਕ ਨੀਤੀ ਤੇ ਸ਼ੱਕ ਹੋ ਗਿਆ। ਜਾਪਾਨੀ ਆਜ਼ਾਦ ਹਿੰਦ ਫੌਜ ਦੇ ਰੇਡੀਓ ਪ੍ਰਸਾਰਣਾਂ ਦਾ ਨਿਰੀਖਣ ਕਰਕੇ ਦੋਸ਼ ਲੱਭਣ ਲੱਗ ਪਏ। ਉਨ੍ਹਾਂ ਦਾ ਭਾਰਤੀ ਕੈਦੀਆਂ ਨਾਲ ਵਤੀਰਾ ਕੁਰੁਖਤ ਤੇ ਸਖ਼ਤੀ ਵਾਲਾ ਹੋ ਗਿਆ। ਵਾਅਦਿਆਂ ਦੇ ਉਲਟ ਉਨ੍ਹਾਂ ਨੇ ਬਰਮਾ ਵਿੱਚ ਭਾਰਤੀ ਸ਼ਰਨਾਰਥੀਆਂ ਦੀ ਜਾਇਦਾਦ ਤੇ ਕਬਜ਼ਾ ਕਰ ਲਿਆ। ਸਿੰਗਾਪੁਰ ਵਿੱਚ ਜਾਪਾਨੀ ਕਮਾਂਡਰ ਨੇ ਆਜ਼ਾਦ ਹਿੰਦ ਫੌਜ ਦੇ ਅਮਲੇ ਦਾ ਆਪ ਨਿਯੰਤਰਣ ਸੰਭਾਲ ਲਿਆ ਤੇ INA ਦੇ ਪਹਿਲੇ ਸੈਨਾ ਦਲ ਨੂੰ ਜਿੱਚ ਕਰਨਾ ਸ਼ੁਰੂ ਕਰ ਦਿੱਤਾ। ਜਾਪਾਨੀਆਂ ਦੇ ਮੁਠੀਏ ਲੱਗੇ ਰਾਸ ਬਿਹਾਰੀ ਬੋਸ ਦੇ ਸਬੰਧ ਮੋਹਨ ਸਿੰਘ ਨਾਲ ਉਤਸ਼ਾਹਹੀਣ ਹੋ ਗਏ। ਕਾਰਵਾਈ ਕਮੇਟੀ ਨੇ ਕਰਨਲ ਇਵਾਗੁਰੂ ਨੂੰ ਯਾਦ ਪੱਤਰ ਦੇ ਕੇ ਇੰਡੀਅਨ ਇੰਡੀਪੈਂਡੈਂਸ ਲੀਗ, ਕਾਉਂਸਲ ਆਫ ਐਕਸ਼ਨ ਤੇ INA ਨੂੰ ਸਰਕਾਰੀ ਤੌਰ ਤੇ ਮਾਨਤਾ ਦੇਣ ਤੇ ਭਾਰਤ ਪ੍ਰਤੀ ਜਾਪਾਨੀ ਨੀਤੀ ਦੇ ਸਪਸ਼ਟ ਐਲਾਨ ਦੀ ਮੰਗ ਕੀਤੀ। ਇਵਾਗੁਰੂ ਨੂੰ ਗੁੱਸਾ ਆ ਗਿਆ। ਉਸ ਨੇ ਮੂੰਹ ਤੋੜ ਉੱਤਰ ਦਿੰਦਿਆਂ ਕਿਹਾ, ਜਦੋਂ ਕੰਮ ਕਰਨਾ ਹੋਵੇ ਤਾਂ ਅਜਿਹੀਆਂ ਕਾਨੂੰਨੀ ਗੱਲਾਂ ਕਰਨ ਦੀ ਲੋੜ ਨਹੀਂ ਹੁੰਦੀ।
ਦੋਹੀਂ ਪਾਸੀ ਸ਼ੱਕ ਵਧਣ ਲੱਗਾ। ਜਾਪਾਨੀਆਂ ਕੋਲ ਮੋਹਨ ਸਿੰਘ ਦੇ ਕੁਝ ਸਹਿਯੋਗੀਆਂ ਉੱਪਰ ਸ਼ੱਕ ਕਰਨ ਦੇ ਕਾਰਨ ਵੀ ਸਨ, ਖਾਸ ਕਰਕੇ ਕਰਨਲ ਨਿਰੰਜਨ ਸਿੰਘ ਗਿੱਲ, ਜਿਸ ਨੂੰ ਬਰਮਾ ਦਾ ਇੰਚਾਰਜ ਬਣਾਇਆ ਗਿਆ ਸੀ। ਇਸ ਦੀ ਹੱਦ ਉਸ ਸਮੇਂ ਹੋਈ ਜਦੋਂ ਦਸੰਬਰ 1942 ਨੂੰ ਗਿੱਲ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੋਹਨ ਸਿੰਘ ਨੇ ਆਜ਼ਾਦ ਹਿੰਦ ਫੌਜ ਤੋੜ ਦਿੱਤੀ ਤੇ ਆਪ ਤਿਆਗ ਪੱਤਰ ਦੇ ਦਿੱਤਾ। ਉਸ ਨੂੰ ਵੀ ਨਜ਼ਰਬੰਦ ਕਰ ਲਿਆ ਗਿਆ। ਬੰਗਾਲ ਵਿੱਚ 2 ਮਹੀਨੇ ਨਜ਼ਰਬੰਦ ਰੱਖਣ ਮਗਰੋਂ ਜਨਰਲ ਮੋਹਨ ਸਿੰਘ ਨੂੰ ਇੱਕ ਟਾਪੂ ਵਿੱਚ ਲਿਜਾਇਆ ਗਿਆ, ਜਿੱਥੇ ਉਸ ਨੂੰ ਦਸੰਬਰ 1943 ਤੱਕ ਰੱਖਿਆ ਗਿਆ। ਫਿਰ ਉਸ ਨੂੰ ਸਮਾਲਟਾ ਭੇਜ ਦਿੱਤਾ ਗਿਆ, ਜਿੱਥੇ ਅੰਗਰੇਜ਼ਾਂ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਉਸ ਨੂੰ ਨਵੰਬਰ 1945 ਵਿੱਚ ਦਿੱਲੀ ਲਿਆਂਦਾ ਗਿਆ, ਜਿੱਥੇ ਉਸ ਨੂੰ ਮਈ 1946 ਵਿੱਚ ਬਿਨਾਂ ਸ਼ਰਤ ਰਿਹਾ ਕਰ ਦਿੱਤਾ ਗਿਆ। 1962 ਈਸਵੀ ਵਿੱਚ ਉਹ ਰਾਜ ਸਭਾ ਦਾ ਮੈਂਬਰ ਚੁਣਿਆ ਗਿਆ। ਇਹਨਾਂ ਆਦਮੀਆਂ ਦੇ ਲਾਮੇ ਹੋ ਜਾਣ ਨਾਲ ਸਿੱਖਾਂ ਦਾ INA ਪ੍ਰਤੀ ਜੋਸ਼ ਮੱਠਾ ਪੈ ਗਿਆ। ਰਾਸ ਬਿਹਾਰੀ ਬੋਸ ਨੇ INA ਦੀ ਪੁਨਰ ਸਥਾਪਨਾ ਕਰਨ ਦੀ ਕੋਸ਼ਿਸ਼ ਕੀਤੀ, ਪਰੰਤੂ ਸਭ ਆਦਮੀ ਹੌਸਲਾ ਹਾਰ ਚੁੱਕੇ ਸਨ। ਉਹ ਜੂਨ 1943 ਵਿੱਚ ਚਿੱਤਰਪਟ ਤੋਂ ਪਾਸੇ ਹੋ ਗਿਆ, ਜਦੋਂ ਸੁਭਾਸ਼ ਚੰਦਰ ਬੋਸ ਜਰਮਨੀ ਤੋਂ ਉੱਥੇ ਪਹੁੰਚ ਗਿਆ। ਸੁਭਾਸ਼ ਨੇ ਇੰਡੀਅਨ ਇੰਡੀਪੈਂਡੈਂਸ ਲੀਗ ਦੀ ਸਦਾਰਤ ਸੰਭਾਲ ਲਈ ਤੇ ਉਹ INA ਦਾ ਸਰਵਉੱਚ ਸੈਨਾਪਤੀ ਬਣ ਗਿਆ। ਸੁਭਾਸ਼ ਚੰਦਰ ਬੋਸ ਦਾ ਜਨਮ ਉੜੀਸਾ ਦੇ ਸ਼ਹਿਰ ਕਟਕ ਵਿੱਚ ਹੋਇਆ। ਉਸ ਨੇ ਕਲਕੱਤਾ ਯੂਨੀਵਰਸਿਟੀ ਤੋਂ BA ਪਾਸ ਕੀਤੀ ਤੇ ਕੈਂਬਰਿਜ ਤੋਂ ਟਰੋਪੋ ਪਾਸ ਕਰਕੇ ICS ਬਣਿਆ। ਭਾਰਤ ਵਾਪਸ ਪਹੁੰਚ ਕੇ ਉਸਨੇ ਨੌਕਰੀ ਤੋਂ ਤਿਆਗ ਪੱਤਰ ਦੇ ਦਿੱਤਾ। ਸਿਵਲ ਨਾਫਰਮਾਨੀ ਅੰਦੋਲਨ ਵਿੱਚ ਸ਼ਾਮਿਲ ਹੋ ਗਿਆ। 1938 ਈਸਵੀ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦਾ ਪ੍ਰਧਾਨ ਚੁਣਿਆ ਗਿਆ ਤੇ ਫਿਰ ਦੁਬਾਰਾ 1939 ਨੂੰ ਵੀ ਮਹਾਤਮਾ ਗਾਂਧੀ ਦੀ ਇੱਛਾ ਵਿਰੁੱਧ ਉਸ ਨੂੰ ਕਾਂਗਰਸ ਦਾ ਪ੍ਰਧਾਨ ਚੁਣ ਲਿਆ ਗਿਆ। ਉਹ ਮਹਾਤਮਾ ਦੀ ਅਹਿੰਸਾਵਾਦੀ ਨੀਤੀ ਨਾਲ ਸਹਿਮਤ ਨਹੀਂ ਸੀ। ਉਸ ਨੇ ਗਰਮ ਖਿਆਲੀਆਂ ਨੂੰ ਨਾਲ ਲੈ ਕੇ ਫਾਰਵਰਡ ਬਲਾਕ ਬਣਾ ਲਿਆ। ਉਸ ਨੂੰ ਜੁਲਾਈ 1940 ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਉਹ ਨਜ਼ਰਬੰਦੀ ਸਮੇਂ ਘਰੋਂ ਨੱਠ ਗਿਆ ਤੇ ਥਲ ਮਾਰਗ ਰਾਹੀਂ ਜਰਮਨੀ ਪਹੁੰਚ ਗਿਆ। ਸੁਭਾਸ਼ ਚੰਦਰ ਬੋਸ ਨੇ ਸਿੰਗਾਪੁਰ ਵਿੱਚ ਭਾਰੀ ਇਕੱਠ ਕੀਤਾ, ਜਿੱਥੇ ਉਸ ਨੇ ਆਜ਼ਾਦ ਹਿੰਦ ਦੀ ਆਰਜ਼ੀ ਸਰਕਾਰ ਦੀ ਸਥਾਪਨਾ ਦਾ ਐਲਾਨ ਕੀਤਾ, ਜਿਸ ਵਿੱਚ ਉਹ ਰਾਜ ਦਾ ਮੁਖੀ ਬਣਿਆ। ਉਸ ਦੇ ਮੰਤਰੀ ਮੰਡਲ ਵਿੱਚ 4 ਮੰਤਰੀ ਤੇ 8 ਫੌਜ ਦੇ ਪ੍ਰਤੀਨਿਧ ਸਨ। ਆਜ਼ਾਦ ਹਿੰਦ ਦੀ ਆਰਜ਼ੀ ਸਰਕਾਰ ਨੂੰ ਕੇਂਦਰੀ ਤਾਕਤਾਂ ਤੇ ਉਨ੍ਹਾਂ ਦੀ ਪਿਛਲੱਗ ਸਰਕਾਰਾਂ ਨੇ ਮਾਨਤਾ ਦਿੱਤੀ। ਇਸ ਨੇ ਅਮਰੀਕਾ ਤੇ ਸੰਯੁਕਤ ਰਾਜ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ। ਜਦੋਂ ਜੰਗ ਦਾ ਪਾਸਾ ਬਦਲਿਆ ਤਾਂ ਜਰਮਨੀ ਮੋਹਨ ਸਿੰਘ ਦੀ ਆਜ਼ਾਦ ਹਿੰਦ ਫੌਜ ਦੇ ਮੁਕਾਬਲੇ ਤੇ ਸੁਭਾਸ਼ ਬੋਸ ਦੀ ਆਜ਼ਾਦ ਹਿੰਦ ਫੌਜ ਨਾਲ ਵਧੇਰੇ ਸਹਿਯੋਗ ਕਰਨ ਲੱਗੇ। ਨੇਤਾ ਜੀ, ਜਿਸ ਨਾਲ ਸੁਭਾਸ਼ ਨੂੰ ਸੰਬੋਧਿਤ ਕੀਤਾ ਜਾਣ ਲੱਗਾ, ਜਦੋਂ ਨਵੰਬਰ 1943 ਵਿੱਚ ਗ੍ਰੇਟ ਈਸਟ ਏਸ਼ੀਆ ਨੇਸ਼ਨਜ਼ ਕਾਨਫਰੰਸ ਵਿੱਚ ਭਾਗ ਲੈਣ ਲਈ ਟੋਕੀਓ ਪਹੁੰਚੇ ਤਾਂ ਉਨ੍ਹਾਂ ਦਾ ਭਰਪੂਰ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਅੰਡੇਮਾਨ ਤੇ ਨਿਕੋਬਾਰ ਦੀਪ ਆਜ਼ਾਦ ਹਿੰਦ ਫੌਜ ਦੇ ਹਵਾਲੇ ਕਰ ਦਿੱਤੇ ਗਏ। ਸੁਭਾਸ਼ ਬੋਸ ਨੇ ਆਪਣਾ ਸਦਰ ਮੁਕਾਮ ਰੰਗੂਨ ਵਿੱਚ ਬਦਲ ਲਿਆ ਤੇ ਆਜ਼ਾਦ ਹਿੰਦ ਫੌਜ ਨੂੰ ਲੜਾਈ ਲਈ ਭਾਰਤ ਬਰਮਾ ਸਰਹੱਦ ਤੇ ਭੇਜ ਦਿੱਤਾ। ਫਰਵਰੀ 1944 ਦੇ ਸ਼ੁਰੂ ਵਿੱਚ ਇਸ ਨੇ ਅੰਗਰੇਜ਼ੀ ਸੈਨਾ ਵਿਰੁੱਧ ਲੜਾਈ ਲੜੀ ਤੇ ਭਾਰਤੀ ਇਲਾਕਿਆਂ ਵਿੱਚ ਦਾਖਲ ਹੋਣ ਵਿੱਚ ਕਾਮਯਾਬੀ ਹੋ ਗਈ। ਨੇਤਾ ਜੀ ਦੇ ਮੁੱਖ ਦਫ਼ਤਰ ਵਿੱਚ ਬਹੁਤ ਜਸ਼ਨ ਮਨਾਏ ਗਏ। ਅਗਲੇ 2 ਮਹੀਨਿਆਂ ਵਿੱਚ ਅਰਾਕਾਨ ਮੁਹਾਜ਼ ਤੋਂ INA ਨੇ ਇੰਫਾਲ ਜਿੱਤਣ ਲਈ ਆਕਰਮਣ ਜਾਰੀ ਰੱਖਿਆ। ਮਈ ਤੱਕ ਇਹ ਹਮਲਾ ਹੌਲੀ-ਹੌਲੀ ਰੁਕ ਗਿਆ। ਜਦੋਂ ਵਰਖਾ ਰੁੱਤ ਸ਼ੁਰੂ ਹੋਈ ਤਾਂ ਪਹਿਲ ਅੰਗਰੇਜ਼ਾਂ ਦੇ ਹੱਥ ਵਿੱਚ ਆ ਗਈ ਤੇ INA ਪਿੱਛੇ ਹਟਣ ਲੱਗੀ। ਇਸ ਦੀ ਗਿਣਤੀ ਘੱਟ ਸੀ। ਭੋਜਨ ਤੇ ਸਾਜ਼ੋ ਸਮਾਨ ਵੱਲੋਂ ਇਸ ਦੀ ਹਾਲਤ ਬਹੁਤ ਭੈੜੀ ਸੀ। ਜਾਪਾਨੀਆਂ ਨੇ ਇਸ ਨੂੰ ਭਾਰੀ ਤੋਪਾਂ, ਵੱਡੇ ਹਥਿਆਰਾਂ ਤੇ ਹਵਾਈ ਸੁਰੱਖਿਆ ਤੇ ਸਮਰਥਨ ਨਾ ਦਿੱਤਾ। ਇੰਫਾਲ ਜਿੱਤਣ ਲਈ ਗਈ
6,000 ਫੌਜ ਵਿੱਚੋਂ 1,500 ਭਗੌੜੇ ਹੋ ਕੇ ਅੰਗਰੇਜ਼ਾਂ ਨਾਲ ਰਲ ਗਏ ਜਾਂ ਬਿਨਾਂ ਲੜਿਆਂ ਉਹਨਾਂ ਨੇ ਹਥਿਆਰ ਸੁੱਟ ਕੇ ਆਤਮ ਸਮਰਪਣ ਕਰ ਦਿੱਤਾ। ਹੋਰ 1,500 ਭੁੱਖ ਤੇ ਬਿਮਾਰੀ ਨਾਲ ਮਰ ਗਏ। ਜਿਹੜੇ ਵਾਪਸ ਟਿਕਾਣੇ 'ਤੇ ਮੁੜ ਕੇ ਆਏ ਉਹ ਹਸਪਤਾਲ ਵਿੱਚ ਦਾਖਲ ਕਰਵਾ ਦਿੱਤੇ ਗਏ। INA ਦੀ ਮਾੜੀ ਕਾਰਗੁਜ਼ਾਰੀ ਨੇਤਾ ਜੀ ਲਈ ਬਹੁਤ ਵੱਡੀ ਮਾਯੂਸੀ ਸੀ, ਪਰ ਉਸਨੇ ਆਸ ਉਮੀਦ ਦਾ ਲੜ ਨਾ ਛੱਡਿਆ। ਜਦੋਂ ਵਰਖਾ ਰੁੱਤ ਖਤਮ ਹੋਈ ਤਾਂ ਉਸਨੇ 2 ਹੋਰ ਪਲਟਨਾਂ ਨੂੰ ਸਿਖਲਾਈ ਦੇ ਕੇ ਤਿਆਰ ਕਰ ਲਿਆ। ਜਨਵਰੀ 1945 ਵਿੱਚ INA ਨੇ ਇਰਾਵਦੀ ਨਦੀ ਕਿਨਾਰੇ 14ਵੀਂ ਬਰਤਾਨਵੀ ਸੈਨਾ ਨਾਲ ਦੂਸਰੇ ਗੇੜ ਦੀ ਲੜਾਈ ਲੜੀ। ਇਸ ਦੂਸਰੀ ਸੈਨਾ ਦੀ ਕਾਰਗੁਜ਼ਾਰੀ ਪਹਿਲੀ INA ਨਾਲੋਂ ਵੀ ਮਾੜੀ ਸੀ। ਗਦਰੀਆਂ ਤੇ ਆਤਮ ਸਮਰਪਣ ਨਾਲ ਇਸ ਦੀ ਗਿਣਤੀ ਬਹੁਤ ਘੱਟ ਗਈ। ਮਈ ਦੇ ਅੱਧ ਤੱਕ INA ਦੇ ਨਾਇਕਤਵ ਯੁੱਗ ਦਾ ਮਹਿਮਾ ਰਹਿਤ ਅੰਤ ਹੋ ਗਿਆ। ਨੇਤਾ ਜੀ ਸੁਭਾਸ਼ ਚੰਦਰ ਬੋਸ ਰੰਗੂਨ ਤੋਂ ਸਿੰਗਾਪੁਰ ਪਰਤ ਗਿਆ ਤੇ ਸਿੰਗਾਪੁਰ ਤੋਂ ਬੰਕਾਕ ਚਲਾ ਗਿਆ। 18 ਅਗਸਤ 1945 ਨੂੰ ਉਸਨੂੰ ਟੋਕੀਓ ਲਿਜਾ ਰਿਹਾ ਜਹਾਜ਼ ਤਬਾਹ ਹੋ ਗਿਆ ਤੇ ਇਸ ਤਰ੍ਹਾਂ ਇੱਕ ਸੌਖ ਤੇ ਅਡੰਬਰੀ ਜੀਵਨ ਦਾ ਅੰਤ ਹੋ ਗਿਆ। ਮਾਰਚ-ਅਪ੍ਰੈਲ 1942 ਵਿੱਚ ਕ੍ਰਿਪਸ ਮਿਸ਼ਨ। ਜਦੋਂ ਜਾਪਾਨੀ ਫੌਜਾਂ ਏਸ਼ੀਆ ਵਿੱਚ ਧਾਵੇ ਤੇ ਧਾਵਾ ਕਰਕੇ ਅਧਿਕਾਰ ਜਮਾ ਰਹੀਆਂ ਸਨ ਤਾਂ ਭਾਰਤ ਦੇ ਰਾਜਸੀ ਮਾਹੌਲ ਦਾ ਬੋਰੀਮੀਟਰ ਕੋਈ ਤਬਦੀਲੀ ਪ੍ਰਗਟ ਨਹੀਂ ਕਰ ਰਿਹਾ ਸੀ। ਵਾਇਸਰਾਏ ਨੇ ਕਾਂਗਰਸ ਨੇਤਾਵਾਂ ਨੂੰ ਰਿਹਾ ਤਾਂ ਕਰ ਦਿੱਤਾ, ਪਰੰਤੂ ਉਹਨਾਂ ਦਾ ਦਿਲ ਜਿੱਤਣ ਵਿੱਚ ਨਾਕਾਮ ਰਿਹਾ। ਇੱਥੋਂ ਤੱਕ ਕਿ 1942 ਦੀ ਬਸੰਤ ਰੁੱਤ ਵਿੱਚ ਜਦੋਂ ਜਾਪਾਨੀ ਤੇ ਆਜ਼ਾਦ ਹਿੰਦ ਫੌਜਾਂ ਦੇ ਦਲ ਭਾਰਤੀ ਬਰਮੀ ਸੀਮਾ ਉੱਪਰ ਅਡੋਲ ਟਿਕੇ ਹੋਏ ਸਨ ਤੇ ਜਾਪਾਨੀ ਜਹਾਜ਼ ਨੇ ਕਲਕੱਤਾ ਤੇ ਮਦਰਾਸ ਉੱਪਰ ਬੰਬ ਸੁੱਟੇ ਸਨ, ਤਦ ਵੀ ਮੁਸਲਿਮ ਲੀਗ ਤੇ ਕਾਂਗਰਸ ਨੂੰ ਖਤਰੇ ਦਾ ਕੋਈ ਇਸ ਦਾ ਅਹਿਸਾਸ ਨਾ ਹੋਇਆ। ਬਰਤਾਨਵੀ ਸਰਕਾਰ ਨੇ ਸਰ ਸਟਾਫੋਰਡ ਕ੍ਰਿਪਸ ਨੂੰ ਇਸ ਲਈ ਭਾਰਤ ਭੇਜਿਆ ਕਿ ਉਹ ਭਾਰਤੀਆਂ ਨੂੰ ਸਹਿਯੋਗ ਦੇਣ ਲਈ ਪ੍ਰੇਰਿਤ ਕਰੇ, ਕਿਉਂਕਿ ਭਾਰਤ ਵਿੱਚ ਉਹਦੇ ਬਹੁਤ ਪ੍ਰਸ਼ੰਸਕ ਸਨ। ਮਾਸਟਰ ਤਾਰਾ ਸਿੰਘ ਬਲਦੇਵ ਸਿੰਘ ਪਿੰਡ ਡੁਮਣਾ, ਜ਼ਿਲ੍ਹਾ ਅੰਬਾਲੇ ਦੀ ਸ਼ੋਕਰ ਗੋਤ ਦਾ ਜੱਟ ਸੀ, ਜੋ ਅਮੀਰ ਲੋਹਾ ਉਦਯੋਗਪਤੀ ਤੇ ਪ੍ਰਸਿੱਧ ਰਈਸ ਦਾ ਬੇਟਾ ਸੀ। ਉਸ ਦਾ ਸਿੱਖ ਰਾਜਨੀਤੀ ਵਿੱਚ ਪ੍ਰਵੇਸ਼ 1937 ਵਿੱਚ ਪੰਜਾਬ ਅਸੈਂਬਲੀ ਲਈ ਚੁਣੇ ਜਾਣ ਨਾਲ ਹੋਇਆ। ਉਸ ਨੇ ਸਿੱਖ ਨੈਸ਼ਨਲ ਕਾਲਜ ਲਾਹੌਰ ਸਮੇਤ ਕਈ ਸਿਆਸੀ ਕਾਰਜਾਂ ਵਿੱਚ ਅਕਾਲੀ ਪਾਰਟੀ ਦੀ ਆਰਥਿਕ ਸਹਾਇਤਾ ਕੀਤੀ। 1942 ਵਿੱਚ ਉਸ ਨੇ ਇੱਕ ਸਮਝੌਤਾ ਯੂਨੀਅਨਿਸਟ ਪਾਰਟੀ ਨਾਲ ਕੀਤਾ ਜੋ ਸਿਕੰਦਰ ਬਲਦੇਵ ਸਮਝੌਤੇ ਵਜੋਂ ਮਸ਼ਹੂਰ ਹੋਇਆ, ਜਿਸ ਅਨੁਸਾਰ ਅਕਾਲੀਆਂ ਨੇ ਸਿਕੰਦਰ ਹਯਾਤ ਦੀ ਸਰਕਾਰ ਵਿਰੁੱਧ ਕੀਤੀ ਹੜਤਾਲ ਖਤਮ ਕਰ ਦਿੱਤੀ। ਸਮਝੌਤੇ ਦੀਆਂ ਸ਼ਰਤਾਂ ਅਨੁਸਾਰ ਬਲਦੇਵ ਸਿੰਘ ਨੂੰ ਦਸੌਂਧਾ ਸਿੰਘ ਦੀ ਥਾਂ ਤੇ ਪੰਜਾਬ ਮੰਤਰੀ ਮੰਡਲ ਵਿੱਚ ਮੰਤਰੀ ਬਣਾਇਆ ਗਿਆ। ਬਲਦੇਵ ਸਿੰਘ ਹਕੂਮਤ ਦੀ ਵਾਂਗਡੋਰ ਸੌਂਪੇ ਜਾਣ ਦੇ ਸਮਝੌਤੇ ਦੀ ਗੱਲਬਾਤ ਵੇਲੇ ਸਿੱਖ ਪ੍ਰਤੀਨਿਧ ਵਜੋਂ ਸ਼ਾਮਿਲ ਸੀ ਤੇ ਨਹਿਰੂ ਦੀ ਸਰਕਾਰ ਵਿੱਚ ਪਹਿਲਾਂ ਰੱਖਿਆ ਮੰਤਰੀ ਬਣਿਆ। ਉਹ 1957 ਤੱਕ ਸਿੱਖ ਮਾਮਲਿਆਂ ਦਾ ਮਲਾਹ ਰਿਹਾ, ਫਿਰ ਉਸ ਦੀ ਥਾਂ ਸਵਰਨ ਸਿੰਘ ਨੇ ਮੱਲ ਲਈ। ਸਰ ਜੋਗਿੰਦਰ ਸਿੰਘ ਤੇ ਉੱਜਲ ਸਿੰਘ ਨੂੰ ਸਿੱਖ ਫਿਰਕੇ ਦੇ ਪ੍ਰਤੀਨਿਧ ਚੁਣਿਆ ਗਿਆ। 26 ਮਾਰਚ ਨੂੰ ਸਰਬ ਦਲ ਸਿੱਖ ਕਾਨਫਰੰਸ ਦਿੱਲੀ ਵਿੱਚ ਬੁਲਾਈ ਗਈ, ਜਿਸ ਵਿੱਚ ਪ੍ਰਤੀਨਿਧਾਂ ਨੂੰ ਮੋਟੀ-ਮੋਟੀ ਸੰਖੇਪ ਜਾਣਕਾਰੀ ਦਿੱਤੀ ਗਈ। ਸਰ ਸਟਾਫੋਰਡ ਦੀਆਂ ਤਜਵੀਜ਼ਾਂ ਦਾ ਖਰੜਾ ਪਹਿਲਾਂ ਹੀ ਭੇਜਿਆ ਜਾ ਚੁੱਕਿਆ ਸੀ, ਇਸ ਲਈ ਉਹਦੀ ਸਰਕਾਰ ਵੱਲੋਂ ਇਹ ਭਰੋਸਾ ਦਿੱਤਾ ਗਿਆ ਕਿ ਜਦੋਂ ਵੀ ਜੰਗ ਖਤਮ ਹੋ ਗਈ, ਉਸ ਸਮੇਂ ਹੀ ਭਾਰਤ ਦਾ ਨਵਾਂ ਸੰਵਿਧਾਨ ਬਣਾਉਣ ਲਈ ਚੁਣੇ ਹੋਏ ਭਾਰਤੀ ਪ੍ਰਤੀਨਿਧਾਂ ਨੂੰ ਨਿਮੰਤਰਣ ਕੀਤਾ ਜਾਵੇਗਾ। ਇਹ ਵਿਵਸਥਾ ਵੀ ਕੀਤੀ ਗਈ ਕਿ ਜੇ ਕੋਈ ਪ੍ਰਾਂਤ ਭਾਰਤੀ ਸੰਘ ਤੋਂ ਬਾਹਰ ਹੋਣਾ ਚਾਹੇ ਤਾਂ ਉਸਨੂੰ ਇਸ ਤਰ੍ਹਾਂ ਕਰਨ ਦੀ ਆਗਿਆ ਹੋਵੇਗੀ। ਕਾਂਗਰਸ ਪਾਰਟੀ ਨੇ ਇਹ ਪੇਸ਼ਕਸ਼ ਰੱਖਿਆ ਵਿਭਾਗ ਦੇ ਇਖਤਿਆਰ ਦੀ ਵੰਡ ਦੇ ਸਵਾਲ ਤੇ ਠੁਕਰਾ ਦਿੱਤੀ। ਮਿਸਟਰ ਜਿਨਾਹ ਨੇ ਇਸ ਨੂੰ ਇਸ ਲਈ ਠੁਕਰਾ ਦਿੱਤਾ ਕਿਉਂਕਿ ਉਸ ਅਨੁਸਾਰ ਪਾਕਿਸਤਾਨ ਦੀ ਮੰਗ ਪ੍ਰਵਾਨ ਨਹੀਂ ਕੀਤੀ ਗਈ ਸੀ। ਇਸ ਦੇ ਉਲਟ ਸਿੱਖ ਪ੍ਰਤੀਨਿਧ ਨੇ ਇਹਨਾਂ ਤਜਵੀਜ਼ਾਂ ਨੂੰ ਪਾਕਿਸਤਾਨ ਦੀ ਮੰਗ ਮੰਨਿਆ ਜਾਣਾ ਸਮਝਿਆ। ਆਪਣੇ ਪੱਤਰ ਵਿੱਚ ਉਹਨਾਂ ਨੇ ਵਰਣਨ ਕੀਤਾ ਕਿ ਸਿੱਖ ਸੰਗਠਨ ਨੂੰ ਅਫਸੋਸਨਾਕ ਢੰਗ ਨਾਲ
ਪਾਕਿਸਤਾਨ ਦੀ ਰਚਨਾ ਤੇ ਪ੍ਰਾਂਤ ਦੇ ਵੱਖ ਹੋਣ ਦਾ ਪ੍ਰਬੰਧ ਕਰਕੇ ਧੋਖਾ ਦਿੱਤਾ ਗਿਆ ਹੈ। ਇਸ ਵਿੱਚ ਅੱਗੇ ਕਿਹਾ ਗਿਆ ਸੀ ਕਿ ਸਾਨੂੰ ਹੁਣ ਉੱਕਾ ਹੀ ਇਹ ਆਸ ਨਹੀਂ ਰਹੀ ਕਿ ਸਾਡੇ ਵੱਲ ਕੋਈ ਵੀ ਧਿਆਨ ਦਿੱਤਾ ਜਾਵੇਗਾ, ਪਰੰਤੂ ਅਸੀਂ ਭਾਰਤੀ ਸੰਘ ਨਾਲੋਂ ਪੰਜਾਬ ਦੀ ਅਲਹਿਦਗੀ ਦਾ ਹਰ ਢੰਗ ਨਾਲ ਵਿਰੋਧ ਕਰਾਂਗੇ। ਸਿੱਖਾਂ ਨੇ ਹੁਣ ਕਾਂਗਰਸ 'ਤੇ ਭਰੋਸਾ ਕਰਨਾ ਸ਼ੁਰੂ ਕਰ ਦਿੱਤਾ, ਕਿਉਂਕਿ ਆਮ ਕਾਂਗਰਸੀ ਤੋਂ ਲੈ ਕੇ ਮਹਾਤਮਾ ਗਾਂਧੀ ਤੱਕ ਹਰ ਕਾਂਗਰਸੀ ਨੇ ਪ੍ਰਤਿੱਗਿਆ ਕੀਤੀ ਹੋਈ ਸੀ ਕਿ ਉਹ ਮੁਲਕ ਦੇ ਟੋਟੇ ਕਰਨ ਦੀ ਆਗਿਆ ਨਹੀਂ ਦੇਣਗੇ। ਸਰ ਸਟਾਫੋਰਡ ਕ੍ਰਿਪਸ ਦੇ ਜਾਣ ਤੋਂ ਥੋੜ੍ਹੇ ਦਿਨਾਂ ਪਿੱਛੋਂ ਹੀ ਸਿੱਖਾਂ ਦੇ ਵਿਸ਼ਵਾਸ ਨੂੰ ਭਾਰੀ ਧੱਕਾ ਲੱਗਾ। ਮਦਰਾਸ ਵਿਧਾਨ ਸਭਾ ਦੇ ਕਾਂਗਰਸ ਪਾਰਟੀ ਦੇ ਕੁਝ ਮੈਂਬਰਾਂ ਨੇ ਕਿਹਾ ਕਿ ਮੁਸਲਮਾਨਾਂ ਦੇ ਵੱਖਰੇ ਰਾਜ ਦੀ ਮੰਗ ਨੂੰ ਮੰਨ ਲਿਆ ਜਾਵੇਗਾ। ਇਸ ਧੜੇ ਦਾ ਨੇਤਾ ਕਾਂਗਰਸ ਦਾ ਅਤਿਅੰਤ ਸਤਿਕਾਰਿਤ ਬਜ਼ੁਰਗ ਨੇਤਾ ਸ਼੍ਰੀ ਰਾਜਗੋਪਾਲਚਾਰੀਆ ਸੀ, ਜਿਸ ਨੂੰ ਮਹਾਤਮਾ ਗਾਂਧੀ ਦਾ ਵਿਸ਼ਵਾਸ ਵੀ ਪ੍ਰਾਪਤ ਸੀ। ਕਾਂਗਰਸ ਵਰਕਿੰਗ ਕਮੇਟੀ ਨੇ ਇਹ ਮਤਾ ਅਸਵੀਕਾਰ ਕਰ ਦਿੱਤਾ ਤੇ ਰਾਜਗੋਪਾਲਚਾਰੀਆ ਨੂੰ ਤਿਆਗ ਪੱਤਰ ਦੇਣ ਲਈ ਮਜਬੂਰ ਕਰ ਦਿੱਤਾ, ਪਰੰਤੂ ਫਾਨਾ ਠੋਕ ਦਿੱਤਾ ਗਿਆ ਸੀ ਤੇ ਬਸ ਹੁਣ ਤਾਂ ਭਾਰਤ ਦੀ ਏਕਤਾ ਨੂੰ ਤੋੜਨ ਲਈ ਮੁਸਲਿਮ ਲੀਗ ਨੂੰ ਕੇਵਲ ਹਥੌੜੇ ਨਾਲ ਸੱਟ ਮਾਰਨ ਦੀ ਹੀ ਲੋੜ ਸੀ। ਨੈਸ਼ਨਲ ਕਾਂਗਰਸ ਆਪਣੀ ਜਿੱਦ ਦੀ ਚਰਮ ਸੀਮਾ ਤੇ 1942 ਅਗਸਤ ਵਿੱਚ ਅੰਗਰੇਜ਼ਾਂ ਵਿਰੁੱਧ ਭਾਰਤ ਛੱਡੋ ਅੰਦੋਲਨ ਸ਼ੁਰੂ ਕਰਕੇ ਪਹੁੰਚ ਗਈ। ਮਹਾਤਮਾ ਗਾਂਧੀ ਤੇ ਸਭ ਉੱਘੇ ਕਾਂਗਰਸੀ ਨੇਤਾਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਕਾਂਗਰਸ ਨੂੰ ਗੈਰ ਕਾਨੂੰਨੀ ਘੋਸ਼ਿਤ ਕਰ ਦਿੱਤਾ ਗਿਆ। ਪੂਰਬੀ ਉੱਤਰ ਪ੍ਰਦੇਸ਼ ਤੇ ਬਿਹਾਰ ਵਿੱਚ ਰੇਲ ਲਾਈਨਾਂ ਉਖਾੜਨ ਦੀ ਤੇ ਪੂਰਬੀ ਖੇਤਰ ਵਿੱਚ ਆਵਾਜਾਈ ਦੇ ਸਾਧਨ ਭੰਗ ਕਰਨ ਦੀ ਕੋਸ਼ਿਸ਼ ਕੀਤੀ ਗਈ। ਸਰਕਾਰ ਨੂੰ ਇਹ ਮੁਹਿੰਮ ਕੁਚਲ ਦੇਣ ਵਿੱਚ ਬਹੁਤੀ ਮੁਸ਼ਕਲ ਪੇਸ਼ ਨਾ ਆਈ। ਪੰਜਾਬ ਪੂਰੀ ਤਰ੍ਹਾਂ ਸ਼ਾਂਤ ਰਿਹਾ। ਕਿਸੇ ਨੇ ਕਾਂਗਰਸੀਆਂ ਦੀ ਗ੍ਰਿਫਤਾਰੀ ਦੀ ਬਹੁਤੀ ਪਰਵਾਹ ਵੀ ਨਾ ਕੀਤੀ। ਵਾਇਸਰਾਏ ਨੇ ਜੰਗ ਵਿੱਚ ਸਹਿਯੋਗ ਲੈਣ ਲਈ ਦੂਸਰੀਆਂ ਪਾਰਟੀਆਂ ਦਾ ਰੁਖ ਕੀਤਾ। ਕਮਿਊਨਿਸਟ ਪਾਰਟੀ ਤੋਂ ਪਾਬੰਦੀ ਹਟਾ ਲਈ ਗਈ। ਪੰਜਾਬੀ ਕਮਿਊਨਿਸਟਾਂ ਦੀ ਬਹੁਤ ਭਾਰੀ ਗਿਣਤੀ ਸਿੱਖਾਂ ਦੀ ਹੀ ਸੀ। ਉਹਨਾਂ ਨੇ ਲਾਹੌਰ ਵਿੱਚ ਇੱਕ ਵੱਡੀ ਇਮਾਰਤ ਲੈ ਕੇ ਗੁਰਮੁਖੀ ਸਮੇਤ ਕਈ ਭਾਸ਼ਾਵਾਂ ਵਿੱਚ ਪ੍ਰਚਾਰ ਕਰਨ ਲਈ ਸਾਹਿਤ ਛਾਪਣਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਹਫ਼ਤਾਵਾਰ ਜੰਗ ਆਜ਼ਾਦੀ ਤੇ ਹੋਰ ਕਿਤਾਬਚਿਆਂ ਵਿੱਚ ਪਾਕਿਸਤਾਨ ਦੀ ਮੁਸਲਿਮ ਮੰਗ ਦੀ ਹਮਾਇਤ ਕੀਤੀ। ਮੁਸਲਿਮ ਲੀਗ ਵੀ ਹੁਣ ਮੈਦਾਨ ਵਿੱਚ ਆ ਗਈ ਸੀ। ਮੁਸਲਮਾਨਾਂ ਦਾ ਵਾਹਦ ਨੇਤਾ ਬਣਨ ਦੀ ਜਿਨਾਹ ਦੀ ਇੱਛਾ ਵਿੱਚ ਆਖਰੀ ਰੋਕ 20 ਦਸੰਬਰ 1942 ਵਿੱਚ ਸਰ ਸਿਕਰ ਹਯਾਤ ਖਾਂ ਦੀ ਮੌਤ ਨਾਲ ਦੂਰ ਹੋ ਗਈ। 1943 ਦੀਆਂ ਗਰਮੀਆਂ ਵਿੱਚ ਪਾਕਿਸਤਾਨ ਦੇ ਹੱਕ ਵਿੱਚ ਇੱਕ ਹੋਰ ਹਮਲਾ ਉਸ ਸਮੇਂ ਵੱਜਿਆ ਜਦੋਂ ਮੁਸਲਿਮ ਲੀਗ ਨੂੰ ਉੱਤਰ ਪੱਛਮੀ ਸੀਮਾਂਤ ਪ੍ਰਾਂਤ ਵਿੱਚ ਆਪਣੀ ਸਰਕਾਰ ਬਣਾਉਣ ਵਿੱਚ ਸਫਲਤਾ ਮਿਲੀ। ਸਿਰਫ ਪੰਜਾਬ ਵਿੱਚ ਹੀ ਸਰ ਖਿਜ਼ਰ ਹਯਾਤ ਖਾਂ ਟਿਵਾਣਾ, ਜੋ ਸਰ ਸਿਕੰਦਰ ਹਯਾਤ ਦਾ ਉੱਤਰਾਧਿਕਾਰੀ ਬਣਿਆ, ਮੁਸਲਿਮ ਲੀਗ ਦੇ ਉਦੇਸ਼ ਦੇ ਉਲਟ ਸਾਂਝੇ ਪੰਜਾਬ ਦੇ ਵਿਚਾਰ ਦਾ ਸਮਰਥਕ ਬਣ ਕੇ ਡਟਿਆ ਰਿਹਾ। ਮਿਸਟਰ ਜਿਨਾਹ ਨੇ ਯੂਨੀਅਨਿਸਟਾਂ ਉੱਪਰ ਆਪਣੀ ਸੰਸਥਾ ਦਾ ਪੂਰਾ ਦਬਾਅ ਪਾਇਆ। ਉਹ ਲਾਹੌਰ ਆਇਆ ਤੇ ਉਸਨੇ ਮੰਗ ਕੀਤੀ ਕਿ ਖਿਜ਼ਰ ਹਯਾਤ ਖਾਂ ਯੂਨੀਅਨਿਸਟ ਦਾ ਪਦ ਛੱਡ ਕੇ ਆਪਣੀ ਸਰਕਾਰ ਮੁਸਲਿਮ ਲੀਗ ਗੱਠਜੋੜ ਕਹੇ। ਖਿਜ਼ਰ ਨੇ ਇਨਕਾਰ ਕਰ ਦਿੱਤਾ। ਉਸ ਦੇ ਮੁਸਲਿਮ ਲੀਗੀ ਸਮਰਥਕ ਘਟਣੇ ਸ਼ੁਰੂ ਹੋ ਗਏ ਤੇ ਅਖੀਰ ਉਸ ਨੇ ਮੁੱਠੀ ਭਰ ਯੂਨੀਅਨਿਸਟਾਂ ਨੂੰ ਕਾਂਗਰਸੀਆਂ ਤੇ ਅਕਾਲੀਆਂ ਦੇ ਸਹਾਰੇ ਤੇ ਨਿਰਭਰ ਕਰਨਾ ਪਿਆ। ਇਸ ਦੌਰਾਨ ਸ਼੍ਰੀ ਗੋਪਾਲਚਾਰੀਆ ਨੇ ਸੰਯੁਕਤ ਭਾਰਤ ਦੇ ਦਿਲ ਵਿੱਚ ਫਾਨਾ ਹੋਰ ਅੱਗੇ ਧੱਕ ਦਿੱਤਾ। 10 ਜੁਲਾਈ 1944 ਈਸਵੀ ਨੂੰ ਉਸਨੇ ਆਪਣਾ ਪ੍ਰਸਿੱਧ ਫਾਰਮੂਲਾ ਛਾਪ ਦਿੱਤਾ, ਜਿਸ ਅਨੁਸਾਰ ਕਿਹਾ ਗਿਆ ਕਿ ਮੁਸਲਿਮ ਲੀਗ ਦੇ ਤੁਰੰਤ ਸੁਤੰਤਰਤਾ ਦੀ ਮੰਗ ਦਾ ਸਮਰਥਨ ਕਰਨ ਦੀ ਹਾਲਤ ਵਿੱਚ ਉੱਤਰ ਪੂਰਬ ਤੇ ਉੱਤਰ ਪੱਛਮ ਵਿੱਚ ਨਾਲ ਲੱਗਦੇ ਜ਼ਿਲ੍ਹਿਆਂ ਦੀ ਹੱਦਾਬੰਦੀ ਕਰਨ ਲਈ ਕਮਿਸ਼ਨ ਸਥਾਪਿਤ ਕੀਤਾ ਜਾਵੇਗਾ। ਜਿੱਥੇ ਮੁਸਲਮਾਨ ਬਹੁ ਗਿਣਤੀ ਵਿੱਚ ਹਨ, ਉੱਥੇ ਇਹ ਜਾਣਨ ਲਈ ਜਨਮਤ ਲਿਆ ਜਾਵੇਗਾ ਕਿ ਉਹ ਵੱਖਰੇ ਰਾਜ ਦੇ ਹਮਾਇਤੀ ਹਨ ਕਿ ਭਾਰਤ ਵਿੱਚ ਰਹਿਣਾ ਚਾਹੁੰਦੇ ਹਨ। ਰਾਜਗੋਪਾਲਚਾਰੀਆ ਨੇ ਇਹ ਦਾਅਵਾ ਵੀ ਕੀਤਾ ਕਿ ਮਹਾਤਮਾ ਗਾਂਧੀ ਉਸ ਨਾਲ ਸਹਿਮਤ ਸੀ। ਇਹਨਾਂ ਦੋਹਾਂ ਵਿਅਕਤੀਆਂ ਦੀ ਕਾਂਗਰਸ ਹਲਕਿਆਂ ਵਿੱਚ ਪਦਵੀਆਂ ਤੇ ਦਰਜਾ ਵੇਖਦਿਆਂ ਹੋਇਆਂ ਸਿੱਖਾਂ ਨੇ ਅਨੁਮਾਨ ਲਾ ਲਿਆ ਸੀ ਕਿ ਕਾਂਗਰਸ ਪਾਕਿਸਤਾਨ ਦੀ ਮੰਗ ਮੰਨ ਚੁੱਕੀ ਹੈ।
ਸਿੱਖਾਂ ਨੇ ਰਾਜਾ ਗੋਪਾਲਚਾਰੀ ਗਾਂਧੀ ਸਹਿਮਤੀ ਦਾ ਸਖਤ ਵਿਰੋਧ ਕੀਤਾ। 20 ਅਗਸਤ 1944 ਨੂੰ ਅੰਮ੍ਰਿਤਸਰ ਵਿੱਚ ਆਪਣੀ ਇੱਕ ਮੀਟਿੰਗ ਵਿੱਚ, ਜਿੱਥੇ ਸਾਰੀਆਂ ਸਿੱਖ ਪਾਰਟੀਆਂ ਦੇ ਨੇਤਾ ਹਾਜ਼ਰ ਹੋਏ, ਮਹਾਤਮਾ ਗਾਂਧੀ ਦੇ ਨੇਤਰਤਵ ਦੀ ਸਖਤ ਨੁਕਤਾਚੀਨੀ ਕਰਦੇ ਭਾਸ਼ਣ ਦਿੱਤੇ ਗਏ। ਗਿਆਨੀ ਕਰਤਾਰ ਸਿੰਘ ਨੇ ਕਿਹਾ, ਸਾਨੂੰ ਆਪਣੇ ਹਿੱਤਾਂ ਦੀ ਰਾਖੀ ਲਈ ਹੁਣ ਗਾਂਧੀ ਵੱਲ ਵੇਖਣ ਝਾਕਣ ਦੀ ਆਦਤ ਛੱਡ ਦੇਣੀ ਚਾਹੀਦੀ ਹੈ। ਜੇ ਬਰਤਾਨਵੀ ਬੰਦੂਕ ਦੀ ਸਹਾਇਤਾ ਨਾਲ ਪਾਕਿਸਤਾਨ ਸਿੱਖਾਂ ਦੇ ਸਿਰ ਥੋਪ ਦਿੱਤਾ ਗਿਆ ਤਾਂ ਅਸੀਂ ਇਸ ਦੇ ਚੀਥੜੇ ਕਰ ਦੇਵਾਂਗੇ, ਜਿਵੇਂ ਗੁਰੂ ਗੋਬਿੰਦ ਸਿੰਘ ਨੇ ਮੁਗਲ ਰਾਜ ਨੂੰ ਕੀਤਾ। ਮਾਸਟਰ ਤਾਰਾ ਸਿੰਘ ਨੇ ਪਹਿਲੀ ਵਾਰ ਇਹ ਐਲਾਨ ਕੀਤਾ ਕਿ ਸਿੱਖ ਇੱਕ ਵੱਖਰੀ ਕੌਮ ਹਨ, ਪਰੰਤੂ ਇੱਕ ਸੁਤੰਤਰ ਪ੍ਰਭੁਤਾ ਵਾਲੇ ਸਿੱਖ ਰਾਜ ਦੀ ਮੰਗ ਨੂੰ ਵੀ ਇੱਕ ਅਸੰਭਵ ਮੰਗ ਸਮਝ ਕੇ ਰੱਦ ਕਰ ਦਿੱਤਾ ਗਿਆ। ਉੱਜਲ ਸਿੰਘ ਤੇ ਗਿਆਨੀ ਕਰਤਾਰ ਸਿੰਘ ਨੇ ਸਾਫ਼-ਸਾਫ਼ ਕਿਹਾ ਕਿ ਆਜ਼ਾਦ ਪੰਜਾਬ ਦੀ ਮੰਗ ਤਾਂ ਕੇਵਲ ਪਾਕਿਸਤਾਨ ਦੀ ਮੰਗ ਦਾ ਮੋੜਵਾਂ ਉੱਤਰ ਹੀ ਸੀ। ਮਾਸਟਰ ਤਾਰਾ ਸਿੰਘ ਨੂੰ ਪੰਜਾਬ ਦੀ ਵੰਡ ਦੇ ਵਿਰੋਧ ਵਾਸਤੇ ਸਿੱਖਾਂ ਨੂੰ ਸੰਗਠਿਤ ਕਰਨ ਦੇ ਅਧਿਕਾਰ ਦੇ ਦਿੱਤੇ ਗਏ ਤੇ 3 ਸਤੰਬਰ ਰੋਸ ਦਿਵਸ ਲਈ ਮੁਕਰਰ ਕਰ ਦਿੱਤਾ ਗਿਆ। ਸਿਵਲ ਐਂਡ ਮਿਲਟਰੀ ਗਜ਼ਟ 21 ਅਗਸਤ 1944 ਵਿਰੋਧ ਦਿਵਸ ਵਪਾਰ ਅਦਾਰੇ ਬੰਦ ਕਰਕੇ, ਜਲਸੇ ਤੇ ਜਲੂਸ ਕਰਕੇ ਮਨਾਇਆ ਗਿਆ। ਪਾਕਿਸਤਾਨ ਦੀ ਮੰਗ ਦੀ ਨਿਖੇਧੀ ਵੀ ਕੀਤੀ ਗਈ। ਤਾਰਾ ਸਿੰਘ ਨੇ ਸਾਂਝਾ ਮੁਹਾਜ਼ ਬਣਾਉਣ ਲਈ ਦੂਸਰੇ ਸਿੱਖ ਦਲਾਂ ਨਾਲ ਪ੍ਰਭਾਵਸ਼ਾਲੀ ਤਾਲਮੇਲ ਕਰਨ ਲਈ ਇੱਕ ਉਪ ਕਮੇਟੀ ਦਾ ਗਠਨ ਕਰ ਦਿੱਤਾ। ਜੰਗ ਦਾ ਅੰਤ। 7 ਮਈ 1945 ਨੂੰ ਨਾਜ਼ੀ ਜਰਮਨੀ ਨੇ ਹਥਿਆਰ ਸੁੱਟ ਦਿੱਤੇ। ਜਾਪਾਨੀ ਵੀ ਹਰ ਮੁਝਾ ਤੇ ਪਿੱਛੇ ਹਟ ਗਏ ਸਨ। ਭਾਰਤ ਸਰਕਾਰ ਨੇ ਮਹਿਸੂਸ ਕੀਤਾ ਕਿ ਭਾਰਤੀ ਸਿਆਸਤਦਾਨਾਂ ਨੂੰ ਆਪਣੇ ਪੱਖ ਵਿੱਚ ਕਰਨ ਦਾ ਸਮਾਂ ਆ ਗਿਆ ਹੈ। ਲਾਰਡ ਵੇਵਲ ਨੇ, ਜਿਸ ਨੇ ਬਤੌਰ ਵਾਇਸਰਾਏ ਪਦਵੀ ਸਾਂਭ ਲਈ ਸੀ, ਮਾਸਟਰ ਤਾਰਾ ਸਿੰਘ ਸਮੇਤ 21 ਭਾਰਤੀ ਨੇਤਾਵਾਂ ਨੂੰ ਮਿਲਣ ਲਈ ਸੱਦਾ ਪੱਤਰ ਭੇਜੇ। ਕ੍ਰਿਪਸ ਯੋਜਨਾਵਾਂ ਫਿਰ ਇਸ ਖਿਆਲ ਨਾਲ ਦੁਬਾਰਾ ਰੱਖੀਆਂ ਗਈਆਂ ਕਿ ਸ਼ਾਇਦ ਉਹ ਲੰਮੇ ਸਮੇਂ ਦੇ ਹੱਲ ਵਿੱਚ ਸਹਾਈ ਹੋਣ, ਪਰੰਤੂ ਤੁਰੰਤ ਵਿਚਾਰ ਤਾਂ ਨਵੀਂ ਐਗਜ਼ੈਕਟਿਵ ਕੌਂਸਲ ਦਾ ਗਠਨ ਕਰਨਾ ਸੀ, ਜੋ ਗਵਰਨਰ ਜਨਰਲ ਤੇ ਕਮਾਂਡਰ ਇਨ ਚੀਫ ਤੋਂ ਬਿਨਾਂ ਸਾਰੇ ਭਾਰਤੀਆਂ ਉੱਪਰ ਹੀ ਆਧਾਰਿਤ ਹੋਣੀ ਸੀ, ਤੇ ਬਰਤਾਨਵੀ ਭਾਰਤ ਨਾਲ ਸੰਬੰਧਿਤ ਵਿਦੇਸ਼ ਵਿਭਾਗ ਭਵਿੱਖ ਵਿੱਚ ਭਾਰਤੀਆਂ ਦੇ ਹਵਾਲੇ ਹੀ ਕਰਨਾ ਸੀ। ਜੂਨ 1945 ਵਿੱਚ ਨੇਤਾ ਸ਼ਿਮਲੇ ਵਿੱਚ ਇਕੱਠੇ ਹੋਏ, ਪਰੰਤੂ ਇਹ ਕਾਨਫਰੰਸ, ਜਿਨ੍ਹਾਂ ਦੀ ਇਸ ਜਿੱਦ ਕਾਰਨ ਅਸਫਲ ਹੋ ਗਈ ਕਿ ਗਵਰਨਰ ਜਨਰਲ ਦੀ ਐਗਜ਼ੈਕਟਿਵ ਕੌਂਸਲ ਤੇ ਭਾਰਤੀ ਮੁਸਲਮਾਨਾਂ ਦੀ ਪ੍ਰਤੀਨਿਧਤਾ ਸਿਰਫ ਲੀਗ ਹੀ ਕਰੇ, ਤੇ ਇਹ ਦਾਅਵਾ ਤਰਕਸੰਗਤ ਨਹੀਂ ਸੀ। ਸ਼ਿਮਲੇ ਵਿੱਚ ਜਿਨਾਹ ਦੇ ਰੁਖ ਨੇ ਬਹੁਤ ਸਾਰੇ ਕਾਂਗਰਸੀ ਨੇਤਾਵਾਂ ਨੂੰ ਇਸ ਗੱਲ ਦਾ ਕਾਇਲ ਬਣਾ ਦਿੱਤਾ ਤੇ ਮੁਸਲਿਮ ਲੀਗ ਨਾਲ ਸਹਿਯੋਗ ਦੀ ਕੋਈ ਵੀ ਕੋਸ਼ਿਸ਼ ਕਰਨੀ ਫਜ਼ੂਲ ਹੋਵੇਗੀ। ਫਿਰ ਵੀ ਕੁਝ ਇਹ ਸਮਝਦੇ ਸਨ ਕਿ ਮੁਸਲਿਮ ਲੀਗ ਦੀ, ਜੇ ਉਹ ਚਾਹੇ ਤਾਂ ਉਹਦੀ ਅਲਹਿਦਾ ਹੋਣ ਦੀ ਮੰਗ ਮੰਨਣੀ ਹੀ ਪਵੇਗੀ, ਬਸ਼ਰਤੇ ਕਿ ਉਹ ਉਹਨਾਂ ਨੂੰ ਆਪਣੇ ਨਾਲ ਨਾ ਖਿੱਚੇ ਜੋ ਅਜਿਹਾ ਨਹੀਂ ਚਾਹੁੰਦੇ। ਦੂਸਰੇ ਸ਼ਬਦਾਂ ਵਿੱਚ, ਜੇ ਇਹ ਮੰਗ ਮੰਨ ਲਈ ਜਾਂਦੀ ਹੈ ਤਾਂ ਪੰਜਾਬ ਤੇ ਬੰਗਾਲ ਵੰਡਣਾ ਪਵੇਗਾ ਤੇ ਸਿੱਖਾਂ ਦੀ ਢੰਗੀ ਨੂੰ ਚੀਰਨ ਫਾੜਨ ਵਾਲਾ ਚਾਕੂ ਬੜੀ ਮਜ਼ਬੂਤੀ ਨਾਲ ਉਹਨਾਂ ਦੀ ਧੌਣ ਤੇ ਧਰ ਦਿੱਤਾ ਗਿਆ। ਅੱਜ ਅਸੀਂ ਇਸ ਕਿਤਾਬ ਦੇ 251 ਪੰਨੇ ਪੜ੍ਹ ਚੁੱਕੇ ਹਾਂ। ਬਾਕੀ ਦੀ ਕਿਤਾਬ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।